स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਇਆ ਗਿਆ ਸੀਗਾ। ਕਹਿੰਦੇ ਸੀ ਕਿ ਸੀਏ ਦੇ ਮੁੱਦੇ ਵਿਚਾਰਨੇ ਨੇ, ਸਾਰੇ ਵਿਧਾਨਕਾਰ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੇ ਮੈਂਬਰ ਨੇ ਉਹਨਾਂ ਤੋਂ ਰਾਏ ਲੈਣੀ ਹੈ ਕਿ ਇਸ ਸੀਏ ਦੇ ਖਿਲਾਫ ਉਹ ਕੀ ਕਹਿੰਦੇ ਨੇ। ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਇੱਕ ਪਾਸੇ ਨੇ ਤੇ ਦੂਜੀ ਵਿਰੋਧੀ ਧਿਰ ਇੱਕ ਪਾਸੇ ਹੈ। ਕੁੱਲ ਮਿਲਾ ਕੇ ਸੀਏ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਗਿਆ ਕਿ ਸੀਏ ਪੰਜਾਬ ਦੇ ਵਿੱਚ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਔਰ ਇਸ ਦੇ ਲਈ ਅਸੀਂ ਕੇਰਲ ਦਾ ਵੀ ਸਾਥ ਦੇਵਾਂਗੇ। ਜੇ ਲੋੜ ਪਈ ਤਾਂ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੀ ਜਾਏਗੀ। ਅਜਿਹੇ ਦੇ ਵਿੱਚ ਇੱਕ ਵੱਡਾ ਸਵਾਲ ਇਹ ਖੜਾ ਹੋ ਗਿਆ ਕਿ ਕੀ ਉਹ ਕਾਨੂੰਨ ਜਿਹੜਾ ਕੇਂਦਰ ਵੱਲੋਂ ਬਣਾਇਆ ਗਿਆ ਹੋਵੇ ਉਸ ਤੇ ਵਿਧਾਨ ਸਭਾਵਾਂ ਦਾ ਜਾਂ ਪੰਜਾਬ ਸਰਕਾਰ ਜਾਂ ਸੂਬਾ ਸਰਕਾਰਾਂ ਦਾ ਕਿੰਨਾ ਕੁ ਅਧਿਕਾਰ ਹੁੰਦਾ ਕਿ ਉਹ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ। ਇਸ ਪਾਸ ਕੀਤੇ ਗਏ ਮਤੇ ਦਾ ਕਿੰਨਾ ਕੁ ਅਸਰ ਪਵੇਗਾ ਜਾਂ ਕਿੰਨਾ ਕੁ ਫਰਕ ਪਵੇਗਾ ਉਸ ਕਾਨੂੰਨ ਤੇ, ਇਸ ਦੇ ਵੀ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਔਰ ਇੱਕ ਮੁੱਦਾ ਹੋਰ ਵਿਚਾਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਕੀ ਸਿਰਫ ਤੇ ਸਿਰਫ ਇਸ ਤੇ ਸਿਆਸਤ ਹੋ ਰਹੀ ਹੈ, ਕੁਝ ਨਹੀਂ ਹੋ ਰਿਹਾ। ਜਦਕਿ ਪਤਾ ਹੈ ਕਿ ਜਿਹੜਾ ਕਾਨੂੰਨ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ, ਰਾਸ਼ਟਰਪਤੀ ਦੀ ਮੋਹਰ ਲੱਗ ਗਈ, ਉਸ ਕਾਨੂੰਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੰਭਾਵਨਾ ਰਹਿ ਨਹੀਂ ਜਾਂਦੀ ਕਿ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਆਂਦਾ ਹੋਵੇ ਜਾਂ ਉਹਦੇ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਰਿਹਾ ਹੋਵੇ। ਸਿਰਫ ਤੇ ਸਿਰਫ ਸਿਆਸਤ ਕਰਨ ਦੇ ਲਈ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ। ਬੜੇ ਅਹਿਮ ਪੰਜਾਬ ਦੇ ਮੁੱਦੇ ਸੀ ਜਿਹੜੇ ਨਹੀਂ ਵਿਚਾਰੇ ਗਏ, ਸਿਰਫ ਇਸ ਮੁੱਦੇ ਤੇ ਹੀ ਗੱਲਬਾਤ ਕਰਕੇ ਖਤਮ ਕਰ ਦਿੱਤਾ ਗਿਆ, ਸੈਸ਼ਨ ਚੁੱਕ ਦਿੱਤਾ ਗਿਆ। ਇਸ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾ ਦਈਏ ਮਹਿਮਾਨਾਂ ਦੇ ਨਾਲ। ਸੁਖਦੇਵ ਸਿੰਘ ਮੌਜੂਦ ਨੇ, ਬੁਲਾਰੇ ਪੰਜਾਬ ਕਾਂਗਰਸ ਦੇ। ਰਜਿੰਦਰ ਦੀਪਾ ਸਾਹਿਬ ਬੁਲਾਰੇ ਸ਼੍ਰੋਮਣੀ ਅਕਾਲੀ ਦਲ ਦੇ। ਇਕਬਾਲ ਸਿੰਘ ਜੀ ਬੁਲਾਰੇ ਆਮ ਆਦਮੀ ਪਾਰਟੀ ਦੇ। ਗੁਰਪ੍ਰੀਤ ਢਿੱਲੋਂ ਸਾਹਿਬ ਬੁਲਾਰੇ ਬੀਜੇਪੀ ਦੇ। ਐਡਵੋਕੇਟ ਗੌਤਮ ਸਾਹਿਬ ਮੌਜੂਦ ਨੇ, ਸੀਨੀਅਰ ਵਕੀਲ ਨੇ ਹਾਈ ਕੋਰਟ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਮੈਂ ਸ਼ੁਰੂਆਤ ਸੁਖਦੇਵ ਸਿੰਘ ਤੁਹਾਡੇ ਤੋਂ ਕਰਾਂਗਾ। ਬੜਾ ਜ਼ਰੂਰੀ ਸੀਗਾ ਕਿ ਸੈਸ਼ਨ ਬੁਲਾਇਆ ਵੀ ਜਾਂਦਾ, ਸੀਏ ਤੇ ਗੱਲਬਾਤ ਵੀ ਹੁੰਦੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਹੋਰ ਵੀ ਸੀ ਜਿਨ੍ਹਾਂ ਤੇ ਵਿਚਾਰਾਂ ਕਰਨੀਆਂ ਬੜੀਆਂ ਜ਼ਰੂਰੀ ਸੀਗੀਆਂ, ਉਹ ਵਿਚਾਰਾਂ ਹੋ ਨਹੀਂ ਪਾਈਆਂ। ਸਿਰਫ ਇਸ ਸੈਸ਼ਨ ਦੇ ਵਿੱਚ ਸੀਏ ਦੀ ਗੱਲਬਾਤ ਹੋਈ, ਉਸ ਦੇ ਖਿਲਾਫ ਮਤਾ ਪਾਸ ਕਰ ਦਿੱਤਾ ਗਿਆ। ਪਰ ਨਾਲ ਹੀ ਮੈਂ ਇਹ ਵੀ ਤੁਹਾਡੇ ਤੋਂ ਜਾਣਨਾ ਚਾਹਨਾ ਕਿ ਇਸ ਮਤੇ ਦਾ ਪੰਜਾਬ ਦੇ ਲੋਕਾਂ ਨੂੰ ਇਹ ਸਮਝਾ ਪਾਓਗੇ ਕਿ ਕੋਈ ਫਾਇਦਾ ਹੈ ਕਿ ਨਹੀਂ ਹੈ। देखो हरप्रीत जी, गल ये है भी ये सैशन ही जिहड़ा हैगा सी ए ते सद्दिया गया सीगा। जिहड़े पंजाब दे मुद्दे ने जां पंजाब दे होर इशू ने ਉਹਦੇ ਤੇ ਸੈਸ਼ਨ ਵੀ ਹੁੰਦੇ ਰਹਿੰਦੇ ਆ, ਹੋਏ ਵੀ ਨੇ ਤੇ ਉਹਦੇ ਗੱਲਬਾਤ ਵੀ ਹੁੰਦੀ ਰਹਿੰਦੀ ਹੈ। ਠੀਕ ਹੈ। ਔਰ ਅੱਜ ਜਿਹੜਾ ਸੀਏ ਦੇ ਤੁਸੀਂ ਜਿਹੜੀ ਗੱਲ ਕਰਦੇ ਹੋ ਜੀ, ਜਿਹੜੀ ਜਦੋਂ ਸਾਡੇ ਦੇਸ਼ ਦੀ ਸਰਕਾਰ ਜਿਹੜਾ ਸਾਡੀ ਮੂਲ ਰੂਪ ਦੇ ਵਿੱਚ ਜੋ ਸੰਵਿਧਾਨ ਬਣਿਆ ਉਹਦੀ ਉਲੰਘਣਾ ਕਰ ਰਹੀ ਹੋਵੇ ਤਾਂ ਉਸ ਦੇ ਵੇਲੇ ਕਿਸੇ ਵੀ ਸਟੇਟ ਦੀ ਸਰਕਾਰ ਨੂੰ ਜਾਂ ਸਟੇਟ ਦੇ ਲੋਕਾਂ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਹੱਕ ਬਣਦਾ ਵੀ ਉਹ ਉਹਦੇ ਖਿਲਾਫ ਆਪਣਾ ਜਿਹੜਾ ਹੈਗਾ ਵਿਰੋਧ ਪ੍ਰਗਟ ਕਰਨ। ਜਿਵੇਂ ਲੋਕ ਹੈ ਸੜਕਾਂ ਤੇ ਆ ਕੇ ਵਿਰੋਧ ਪ੍ਰਗਟ ਕਰ ਰਹੇ ਨੇ ਤੇ ਸਰਕਾਰ ਨੇ ਆਪਣਾ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਜਿਹੜਾ ਆਪਣਾ ਵਿਰੋਧ ਪ੍ਰਗਟ ਕੀਤਾ ਤੇ ਔਰ ਉਹਦੇ ਵਿੱਚ ਬਕਾਇਦਾ ਤੌਰ ਤੇ ਜਿਵੇਂ ਤੁਸੀਂ ਖੁਦ ਆਪ ਕਹਿ ਰਹੇ ਹੋ ਉਹਦੇ ਵਿੱਚ ਕਿਹਾ ਗਿਆ ਵੀ ਹਰ ਚਾਰਾਜੋਈ ਕੀਤੀ ਜਾਊਗੀ ਵੀ ਇਸ ਜਿਹੜਾ ਕਿ ਸੰਵਿਧਾਨ ਦੇ ਮੂਲ ਰੂਪ ਦੇ ਵਿੱਚ ਖਿਲਾਫ ਜਿਹੜਾ ਕਾਨੂੰਨ ਆਏਗਾ ਉਹਦੀ ਜਿਹੜੀ ਵਿਰੋਧਤਾ ਕਰਨ ਵਾਸਤੇ ਹਰ ਚਾਰਾਜੋਈ ਕੀਤੀ ਜਾਊਗੀ। ਠੀਕ ਹੈ ਸੁਖਦੇਵ ਜੀ, ਜਿਹੜਾ ਮਤਾ ਪਾਸ ਕੀਤਾ ਗਿਆ ਇਸ ਮਤੇ ਦਾ ਥੋੜਾ ਜਿਹਾ ਸਮਝਾ ਪਾਓਗੇ ਲੀਗਲ ਪੱਖੋਂ? ਮੈਂ ਸਮਝਣਾ ਚਾਹੁੰਦਾ ਹਾਂ ਇਸ ਮਤੇ ਨਾਲ ਕੀ ਕਾਨੂੰਨ ਦੇ ਵਿੱਚ ਫੇਰ ਬਦਲ ਕਰਨ ਦਾ ਅਧਿਕਾਰ ਪ੍ਰਾਪਤ ਹੋ ਸਕਦਾ ਜਾਂ ਇਸ ਮਤੇ ਨੂੰ ਪਾਸ ਕਰਨ ਦਾ ਸਿੱਧਾ ਅਸਰ ਕੀ ਪੈਣ ਵਾਲਾ? ਦੇਖੋ, ਸ਼ਾਇਦ ਤੁਸੀਂ ਮੇਰੀ ਪਹਿਲਾਂ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਤੁਹਾਨੂੰ ਕਿਹਾ ਵੀ ਹਰ ਇੱਕ ਫੋਰਮ ਨੂੰ ਅਧਿਕਾਰ ਹੈਗਾ ਆਪਣਾ ਪ੍ਰੋਟੈਸਟ ਕਰਨ ਦਾ। ਜਿਹੜੇ ਆਮ ਅਸੀਂ ਲੋਕ ਕਹਿ ਚਲੋ ਇਹ ਇੱਕ ਪ੍ਰੋਟੈਸਟ ਦਾ ਹਿੱਸਾ ਹੈ ਸਿਰਫ। ਮੈਂ ਉਹੀ ਸਮਝਣਾ ਚਾਹੁੰਦਾ ਸੁਖਦੇਵ ਸਿੰਘ ਕੀ ਸਿਰਫ ਇੱਕ ਪ੍ਰੋਟੈਸਟ ਦਾ ਹਿੱਸਾ ਹੈ, ਇੱਕ ਵਿਰੋਧ ਦਾ ਹਿੱਸਾ ਹੈ ਸਿਰਫ, ਹੋਰ ਕੁਝ ਨਹੀਂ? ਮੈਂ ਕਹਿੰਦਾ ਨਹੀਂ, ਹੋਰ ਕਿਉਂ ਨਹੀਂ ਕੁਝ ਸਰ। ਇੱਕ ਵਿਧਾਨ ਸਭਾ ਮਤਾ ਪਾਸ ਕਰਦੀ ਹੈ, ਉਹਨੂੰ ਤੁਸੀਂ ਛੋਟਾ ਪ੍ਰੋਟੈਸਟ ਮੰਨਦੇ ਹੋ। ਤੁਸੀਂ ਇਸ ਕਰਕੇ ਇਹਨੂੰ ਅਸੀਂ ਛੋਟਾ ਕਰਕੇ ਦੇਖੀਏ। ਸੁਖਦੇਵ ਸਿੰਘ ਜੀ, ਮੈਂ ਉਹੀ ਸਮਝਣਾ ਚਾਹਨਾ, ਤੁਸੀਂ ਕਲੀਅਰ ਕਰੋ ਨਾ ਕਿ ਇਹ ਜਿਹੜਾ ਅਸੀਂ ਮਤਾ ਪਾਸ ਕੀਤਾ ਹੁਣ ਇਸ ਮਤੇ ਦੇ ਨਾਲ ਹੋਏਗਾ ਕੀ? ਥੋੜਾ ਜਿਹਾ ਮੈਨੂੰ ਇਹ ਸਮਝਾ ਦਿਓ ਸਿਰਫ। ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕੀਤਾ ਗਿਆ ਇਸ ਦੇ ਨਾਲ ਜਿਹੜਾ ਸੀਏ ਬਿੱਲ ਕਾਨੂੰਨ ਬਣ ਚੁੱਕਾ ਹੈ ਉਹ ਇਫੈਕਟ ਕਿਵੇਂ ਕਰੇਗਾ, ਪ੍ਰਭਾਵਿਤ ਕਿਵੇਂ ਹੋਏਗਾ, ਉਹਦੇ ਵਿੱਚ ਫੇਰ ਬਦਲ ਕਿਵੇਂ ਕੀਤੇ ਜਾ ਸਕਦੇ ਨੇ, ਇਹ ਸਮਝਾ ਦਿਓ ਬਸ। ਕੋਰੀ ਰਾਜਨੀਤੀ ਹੈ। ਮੈਂ ਹਰਪ੍ਰੀਤ ਜੀ ਤੁਹਾਨੂੰ ਮੈਂ ਇੱਕ ਗੱਲ ਬੜੀ ਸਪਸ਼ਟ ਦੱਸਦਾ ਵੀ ਜਦੋਂ ਕੋਈ ਕਾਨੂੰਨ ਬਣਦਾ ਹੈ, ਜਦੋਂ ਕੋਈ ਆਪਣਾ ਕੋਈ ਵੀ ਚਾਹੇ ਅਕਾਲੀ ਦਲ ਹੈ, ਅਕਾਲੀ ਦਲ ਨੇ ਸੈਸ਼ਨ ਬੁਲਾਇਆ ਗਿਆ ਜੋਰਾ ਸਿੰਘ ਕਮਿਸ਼ਨ ਤੇ ਉਸ ਤੋਂ ਬਾਅਦ ਰਣਜੀਤ ਸਿੰਘ ਕਮਿਸ਼ਨ ਤੇ ਗੱਲ ਹੋਈ ਤਾਂ ਉਹ ਬਾਹਰ ਬੈਠ ਕੇ ਉਹਨਾਂ ਨੇ ਆਪਣਾ ਪ੍ਰੋਟੈਸਟ ਕੀਤਾ ਕਿ ਉਹਦੇ ਨਾਲ ਕੁਝ ਇਫੈਕਟ ਹੋਇਆ, ਪਰ ਉਹਨਾਂ ਨੇ ਆਪਣਾ ਪ੍ਰੋਟੈਸਟ ਤਾਂ ਕੀਤਾ ਨਾ।
ਹਰ ਇੱਕ ਬੰਦਾ ਜਿਹੜਾ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਚਲੋ ਮੈਂ ਜੇ ਉਹਨੂੰ ਇਹ ਲੱਗੇ ਠੀਕ ਵੀ ਹੈ। ਮੈਂ ਤਾਂ ਲੜਾਈ ਲੜਨ ਤੋਂ ਪਹਿਲਾਂ ਹੀ ਹਾਰ ਗਿਆ, ਜੀ, ਜੀ, ਮੇਰੇ ਜੀ। ਖਿਆਲ ਦੇ ਵਿੱਚ ਸਮਝ ਗਿਆ ਮੈਂ ਤੁਹਾਡੀ ਗੱਲ। ਲੜਨਾ ਹੀ ਨਹੀਂ ਚਾਹੀਦਾ। ਮੁੱਦਾ ਇਹ ਸੀਗਾ ਕਿ ਵਿਰੋਧ ਪ੍ਰਗਟਾਉਣਾ ਸੀ, ਵਿਰੋਧ ਦਰਜ ਕਰਾਉਣਾ ਸੀ, ਜਿਹੜਾ ਵਿਰੋਧ ਦਰਜ ਕਰਾਤਾ ਉਸ ਗੱਲ ਨੂੰ ਜਿਹੜਾ ਕਿ ਸਿਰ ਕਰੋ। ਠੀਕ ਹੈ। ਮੈਂ ਹੁਣ ਆਮ ਆਦਮੀ ਪਾਰਟੀ ਤੋਂ ਵੀ ਲੈ ਲਵਾਂ ਇੱਕ ਕਮੈਂਟ। ਇਕਬਾਲ ਸਿੰਘ ਜੀ, ਆਪਾਂ ਪਹਿਲਾਂ ਵੀ ਜਦੋਂ ਚਰਚਾ ਕੀਤੀ ਸੀ ਤਾਂ ਉਦੋਂ ਇਹ ਗੱਲ ਸਾਫ਼ ਹੋਈ ਸੀਗੀ, ਉਦੋਂ ਤੁਸੀਂ ਵੀ ਕਿਹਾ ਸੀਗਾ ਕਿ ਸੈਸ਼ਨ ਸਪੈਸ਼ਲ ਬੁਲਾਇਆ ਗਿਆ, ਉਹਦੇ ਵਿੱਚ ਰਾਏ ਹੋਣੀ ਚਾਹੀਦੀ ਹੈ, ਵਟਾਂਦਰਾ ਹੋਣਾ ਚਾਹੀਦਾ, ਘੰਟੇ ਦੇ ਵਿੱਚ ਇਹ ਸਭ ਕੁਝ ਨਿਬੜ ਸਕਦਾ, ਪਰ ਸਾਰਾ ਸੈਸ਼ਨ ਹੀ ਇਸ ਮੁੱਦੇ ਤੇ ਨਿਪਟ ਗਿਆ। ਆਮ ਆਦਮੀ ਪਾਰਟੀ ਨੇ ਵੀ ਇਹਦੇ ਵਿਰੋਧ ਦੇ ਵਿੱਚ ਸੀਏ ਦੇ ਵਿਰੋਧ ਦੇ ਵਿੱਚ ਮਤਾ ਪਾਸ ਕੀਤਾ ਹੈਗਾ, ਜਦਕਿ ਬੜੀਆਂ ਤਰ੍ਹਾਂ ਇਹ ਕਹਿੰਦੀਆਂ ਨੇ ਕਿ ਸਿਰਫ ਇਸ ਗੱਲ ਕਰਕੇ ਕਿ ਵਿਰੋਧ ਦਾ ਵਿਰੋਧ ਹੋ ਰਿਹਾ ਇਸ ਕਰਕੇ ਮਤਾ ਪਾਸ ਨਹੀਂ ਹੋਣਾ ਚਾਹੀਦਾ, ਉਹਦੇ 'ਚ ਇਹ ਵੀ ਦੇਖਣਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਦੇ ਹਿੱਤ ਰੱਖੇ ਜਾ ਰਹੇ ਨੇ ਉਹਨਾਂ ਦੇ ਹਿੱਤ ਕਿਉਂ ਅੱਖੋਂ ਪਰੋਖੇ ਕੀਤੇ ਗਏ। ਨਹੀਂ ਦੇਖੋ ਹਰਪ੍ਰੀਤ ਜੀ, ਮੈਂ ਉਸ ਦਿਨ ਵੀ ਇਹੀ ਗੱਲ ਕਹੀ ਸੀ ਨਾ ਵੀ ਜਿਹੜਾ ਸਾਡਾ ਵਿਧਾਨ ਸਭਾ ਹੈ ਜੀ, ਇਹ ਪੰਜਾਬ ਦੀ ਵਿਧਾਨ ਸਭਾ ਹੈ, ਨਾ ਕਿ ਇਹ ਸੈਂਟਰ ਦੀ ਵਿਧਾਨ ਸਭਾ ਜਾਂ ਸੰਸਦ ਹੈ ਜੀ। ਇੱਥੇ ਹੁਣ ਸੈਂਟਰ ਦੇ ਜਿਹੜੇ ਹੈਗੇ ਕਾਨੂੰਨ ਬਣਦੇ ਹੈਗੇ, ਉਹਨੂੰ ਇੱਕ ਫੋਕਸ ਬਣਾ ਕੇ, ਆਧਾਰ ਬਣਾ ਕੇ ਉਹਤੇ ਤੇ ਅਸੀਂ ਸਪੈਸ਼ਲ ਸੈਸ਼ਨ ਸੱਦ ਲੈਣਾ, ਮੇਰੇ ਖਿਆਲ ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਰਾਏ ਹੀ ਲੈਣੀ ਹੈ। ਤੁਸੀਂ ਘੰਟੇ 'ਚ ਲੈ ਸਕਦੇ ਸੀਗੇ ਰਾਏ, ਸੈਸ਼ਨ ਦੇ ਵਿੱਚ ਹੀ ਰੱਖ ਦਿੰਦੇ, ਤੁਹਾਨੂੰ ਰਾਏ ਮਿਲ ਜਾਣੀ ਸੀ। ਹੁਣ ਵੀ ਰਾਏ ਹੀ ਦਿੱਤੀ ਹੈ ਨਾ, ਕੋਈ ਬਹਿਸ ਤਾਂ ਹੋਈ ਨਹੀਂ। ਅੱਛਾ, ਇਹਨੂੰ ਕਿੰਨਾ ਕੁ ਇਫੈਕਟ ਕਰੂਗਾ ਇਹ ਸਾਡਾ ਮਤਾ, ਇਹ ਵੀ ਕੋਈ ਮਤਲਬ ਇਹਦੇ ਸਾਨੂੰ ਕੋਈ ਕਲੀਅਰ ਨਹੀਂ ਹੈਗਾ। ਇਸ ਕਰਕੇ ਜਿਹੜੇ ਸਾਡੇ ਮੇਨ ਮੁੱਦੇ ਕਲੀਅਰ ਨਹੀਂ, ਫਿਰ ਤੁਸੀਂ ਮਤੇ ਦੀ ਹਾਮੀ ਕਿਉਂ ਭਰੀ? ਹਾਮੀ ਤਾਂ ਅਸੀਂ ਪਹਿਲਾਂ ਤੋਂ ਜਦੋਂ ਕਿਸੇ ਸੰਵਿਧਾਨ ਨੂੰ ਤੋੜੂਗਾ ਅਸੀਂ ਉਹਦੀ ਤਾਂ ਵਿਰੋਧ ਕਰਾਂਗੇ, ਉਹਦੀ ਹਾਮੀ ਤਾਂ ਭਰਾਂਗੇ। ਵਿਰੋਧ ਤਾਂ ਕਰੋਗੇ। ਮੈਂ ਤਾਂ ਇਹ ਸਮਝਣਾ ਚਾਹਨਾ ਵੀ ਤੁਹਾਨੂੰ ਜਦ ਕਲੀਅਰ ਹੀ ਨਹੀਂ ਹੈ ਕਿ ਇਹ ਮਤਾ ਕੀ ਇਫੈਕਟ ਕਰੇਗਾ ਨਹੀਂ ਕਰੇਗਾ, ਕੀ ਪ੍ਰਭਾਵ ਪਾਏਗਾ ਨਹੀਂ ਪਾਏਗਾ, ਅਸੀਂ ਬਿਨਾਂ ਸੋਚੇ ਸਮਝੇ ਹਾਮੀ ਭਰ ਦਾਂਗੇ ਕਿ ਹਾਂ ਠੀਕ ਹੈ। ਮੈਂ ਤੁਹਾਨੂੰ ਕਿਹਾ ਵੀ ਇੱਕ ਘੰਟੇ 'ਚ ਵੀ ਲਈ ਜਾ ਸਕਦੀ ਨਾ, ਰਾਏ ਦਿੱਤੀ ਅਸੀਂ ਤਾਂ, ਰਾਏ ਤਾਂ ਦੇਣੀ ਬਣਦੀ ਹੈ ਨਾ, ਇਸ ਕਰਕੇ ਰਾਏ ਦਿੱਤੀ ਅਸੀਂ। ਹੁਣ ਉਹ ਕੀ ਅੱਗੇ ਇਫੈਕਟ ਹੋਊਗਾ ਉਹਦਾ ਬਾਅਦ ਦਾ, ਕਿਉਂਕਿ ਸੰਵਿਧਾਨਕ ਸੰਕਟ ਇਹ ਖੜਾ ਕਰੂਗਾ, ਏਦਾਂ ਛੋਟਾ ਮੁੱਦਾ ਵੀ ਨਹੀਂ ਹੈਗਾ, ਕਿਉਂਕਿ ਰਾਜਾਂ ਦੀ ਵੀ ਸਹਿਮਤੀ ਜ਼ਰੂਰੀ ਹੁੰਦੀ ਹੈਗੀ। ਜੇ ਸਾਰੇ ਰਾਜ ਹੁਣ ਬੀਜੇਪੀ ਦੇ ਹੱਥੋਂ ਸਾਰੇ ਰਾਜ ਨਿਕਲ ਗਏ, ਇੱਕ ਇੱਕ ਕਰਕੇ ਸਾਰੇ ਵਿਰੋਧ 'ਚ ਖੜੇ ਹੋ ਗਏ, ਕਿਵੇਂ ਇਫੈਕਟ ਹੋਊਗਾ ਇਹ ਕਾਨੂੰਨ? ਗੱਲ ਤਾਂ ਉਹੀ ਹੋ ਜਾਂਦੀ ਨਹੀਂ ਜੇ ਇੱਕ ਇੱਕ ਕਰਕੇ ਹਰੇਕ ਰਾਜ ਆਪਣੇ ਲਾਗੂ ਕਰਨ ਤੋਂ ਮੁਨਕਰ ਹੋ ਗਿਆ। ਇਸ ਕਰਕੇ ਇਹ ਚੀਜ਼ਾਂ ਕੋਈ ਐਡੀਆਂ ਉਹ ਵੀ ਨਹੀਂ ਹੈਗੀਆਂ। ਜਦੋਂ ਸ਼ੁਰੂਆਤ ਹੁੰਦੀ ਹੈ ਸ਼ਾਇਦ ਦੂਜੇ ਰਾਜ ਵੀ ਇਹ ਲਿਆਉਣ ਮਤੇ, ਜਦੋਂ ਸਾਰੇ ਰਾਜ ਲਿਆਉਣਗੇ ਵੀ ਅਸੀਂ ਨਹੀਂ ਇਹਨੂੰ ਲਾਗੂ ਹੋਣ ਦਿੰਦੇ, ਫਿਰ ਬੀਜੇਪੀ ਕਿਵੇਂ ਕਰੂਗੀ? ਆਪਣੇ ਸੈਂਟਰ ਤੋਂ ਟੀਮਾਂ ਭੇਜੂਗੀ। ਇਸ ਕਰਕੇ ਇਹ ਚੀਜ਼ਾਂ ਨਹੀਂ ਹੁੰਦੀਆਂ, ਰਾਜਾਂ ਦੀ ਵੀ ਅਹਿਮੀਅਤ ਹੁੰਦੀ ਹੈ। ਇਸ ਕਰਕੇ ਇਹ ਚੀਜ਼ਾਂ ਰਾਏ ਦੇਣੀ ਕੋਈ ਗੁਨਾਹ ਨਹੀਂ ਹੈ। ਲੋਕਤੰਤਰ ਹੈ, ਲੋਕਤੰਤਰ 'ਚ ਰਾਏ ਸਭ ਦਾ ਫਰਜ਼ ਹੈ, ਲੋਕਤੰਤਰ 'ਚ ਦੇਣੀ ਚਾਹੀਦੀ ਹੈਗੀ। ਬਾਕੀ ਸਾਨੂੰ ਪੰਜਾਬ ਦੇ ਮੁੱਦਿਆਂ ਤੇ ਜ਼ਰੂਰ ਫੋਕਸ ਰੱਖਣਾ ਚਾਹੀਦਾ। ਇਹਦੇ ਤੇ ਜ਼ਿਆਦਾ ਟਾਈਮ ਇਹਨਾਂ ਨੇ ਵੇਸਟ ਕੀਤਾ, ਜ਼ਿਆਦਾ ਟਾਈਮ ਸਾਨੂੰ ਪੰਜਾਬ ਦੇ ਮੁੱਦਿਆਂ ਤੇ ਫੋਕਸ ਕਰਨਾ ਚਾਹੀਦਾ, ਵਿੱਚ 1 ਘੰਟੇ ਦਾ ਟਾਈਮ ਇਹਨੂੰ ਦੇਣਾ ਚਾਹੀਦਾ। ਠੀਕ ਹੈ, 1 ਮਿੰਟ ਢਿੱਲੋਂ ਸਾਹਿਬ, ਪਹਿਲਾਂ ਰਜਿੰਦਰ ਦੀਪਾ ਜੀ ਤੋਂ ਇੱਕ ਰਿਐਕਸ਼ਨ ਲਾ। ਰਜਿੰਦਰ ਦੀਪਾ ਜੀ, ਦੋ ਤਰ੍ਹਾਂ ਇੱਕ ਪਾਸੇ ਰਹੀ ਹੈ ਇਸ ਮੁੱਦੇ ਤੇ, ਤੁਹਾਡੀ ਕੱਲੀ ਧਿਰ ਅਜਿਹੀ ਸੀ ਜਿਹੜੀ ਇੱਕ ਪਾਸੇ ਰਹੀ ਹੈ ਇਸ ਪੂਰੇ ਮੁੱਦੇ ਦੇ ਉੱਤੇ। ਤੁਹਾਨੂੰ ਨਹੀਂ ਲੱਗਦਾ ਕਿਉਂਕਿ ਸਿਆਸੀ ਮਾਹਰ ਮੰਨਦੇ ਨੇ ਕਿ ਇਸ ਸੈਸ਼ਨ ਦਾ ਬੁਲਾਉਣ ਦਾ ਮਕਸਦ ਹੀ ਇਹ ਸੀਗਾ ਕਿ ਅਕਾਲੀ ਦਲ ਨੂੰ ਅਲੱਗ ਥਲੱਗ ਕਰਨਾ, ਲੋਕਾਂ ਦੇ ਸਾਹਮਣੇ ਇਹ ਲੈ ਕੇ ਆਣਾ ਕਿ ਦੇਖੋ ਅਸੀਂ ਸੀਏ ਦੇ ਖਿਲਾਫ ਹਾਂ, ਆਮ ਆਦਮੀ ਪਾਰਟੀ ਸੀਏ ਦੇ ਖਿਲਾਫ ਹੈਗੀ ਹੈ, ਅਕਾਲੀ ਦਲ ਸਿਰਫ ਅਜਿਹਾ ਜਿਹੜਾ ਸੀਏ ਦਾ ਸਮਰਥਨ ਕਰ ਰਿਹਾ। ਹਾਲਾਂਕਿ ਬੁਨਿਆਦੀ ਰੂਪ ਦੇ ਵਿੱਚ ਤੁਹਾਡੀ ਅਜਿਹੀ ਪਾਰਟੀ ਸੀ ਜਿਹੜੀ ਮਨੁੱਖੀ ਹੱਕਾਂ ਦੀ ਗੱਲ ਕਰਦੀ ਹੈ, ਫੈਡਰਲ ਢਾਂਚੇ ਦੀ ਗੱਲ ਕਰਦੀ ਹੈ, ਔਰ ਅੱਜ ਤੁਸੀਂ ਉਹਨਾਂ ਦੇ ਅਗੇਂਸਟ ਚੱਲ ਰਹੇ ਹੋ। ਹਰਪ੍ਰੀਤ ਜੀ, ਬਿਲਕੁਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਫੈਡਰਲ ਸਿਸਟਮ ਦੀ ਔਰ ਵੱਧ ਅਧਿਕਾਰਾਂ ਦੀ ਗੱਲ ਕਰਦੀ ਹੈ ਔਰ ਕਰਦੀ ਰਹੂਗੀ। ਪਰ ਜਿੱਥੋਂ ਤੱਕ ਸੀਏਏ ਦੀ ਗੱਲ ਹੈ ਜੀ, ਪਾਰਲੀਮੈਂਟ ਦੇ ਵਿੱਚ ਵੀ ਜੋ ਸੁਖਬੀਰ ਸਿੰਘ ਬਾਦਲ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਜਿਹੜੇ ਅਸੀਂ ਉਹਨਾਂ ਦੀ ਗੱਲ ਵੀ ਕਰੀਏ ਕਿ 70,000 ਦੇ ਲਗਭਗ ਜਿਹੜੀ ਸਾਡੀ ਮਿਨੋਰਟੀਜ਼ ਹੈ, ਸਾਡੇ ਸਿੱਖ ਭਰਾ ਜਿਹੜੇ ਅਫਗਾਨਿਸਤਾਨ ਤੇ ਪਾਕਿਸਤਾਨ ਤੋਂ ਦੇਸ਼ 'ਚ ਬੈਠੇ 25-30 ਸਾਲਾਂ ਤੋਂ, ਕਿ ਉੱਥੋਂ ਦੇ ਹਾਲਾਤ 25-30 ਸਾਲਾਂ 'ਚ ਖਰਾਬ ਹੋਏ, ਉੱਥੇ ਉਹਨਾਂ ਨੂੰ ਐਕਸਪਲੋਇਟ ਕੀਤਾ ਗਿਆ ਕਿ ਉਹ ਸ਼ਰਨ ਲੈਣ ਵਾਸਤੇ ਇੰਡੀਆ 'ਚ ਆਏ। ਇਸੇ ਤਰ੍ਹਾਂ ਹੀ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਹਿੰਦੂ ਵੀ ਆਏ ਹੋਏ, ਹੋਰ ਵੀ ਧਰਮਾਂ ਦੇ ਲੋਕ ਆਏ ਹੋਏ ਹੈ। ਅੱਜ ਇਹ ਜਿਹੜਾ ਕਾਨੂੰਨ ਲਿਆ ਰਹੇ ਇੰਨੇ ਸਾਲਾਂ ਬਾਅਦ, ਜਿਹੜਾ ਕਿ ਯੂਪੀਏ ਨੇ ਨਹੀਂ ਲਿਆਂਦਾ, ਇਹਨਾਂ ਦੀਆਂ ਸਰਕਾਰਾਂ ਵੀ ਰਹੀਆਂ, ਇਹਨਾਂ ਨੇ ਉਹਨਾਂ ਨੂੰ ਕੁਝ ਉਪਜਾ ਨਹੀਂ ਦਿੱਤਾ। ਅੱਜ ਇਹ ਆ ਰਿਹਾ ਤੇ ਅਸੀਂ ਇਹਨੂੰ ਵੈਲਕਮ ਵੀ ਕਰਦੇ ਹਾਂ ਤੇ ਨਾਲ ਖੜਦੇ ਹਾਂ, ਪਰ ਨਾਲ ਇਹ ਵੀ ਕਿਹਾ ਕਿ ਇੱਕ ਕਮਿਊਨਿਟੀ ਨੂੰ ਪਿਨ ਪੁਆਇੰਟ ਕਰਨਾ ਨਹੀਂ ਚਾਹੀਦਾ, ਮੁਸਲਮਾਨ ਦਾ ਵੀ ਵਿੱਚ ਨਾ ਹੋ ਜਾਵੇ ਤਾਂ ਉਹ ਬਿਹਤਰ ਹੈ। ਅਸੀਂ ਇਹ ਅਮੈਂਡਮੈਂਟ ਇਹਦੇ 'ਚ ਚਾਹੁੰਦੇ ਹਾਂ।
ਔਰ ਉਹੀ ਗੱਲ ਅੱਜ ਵੀ ਬਿਕਰਮਜੀਤ ਸਿੰਘ ਮਜੀਠੀਆ ਨੇ ਅਸੈਂਬਲੀ ਦੇ ਵਿੱਚ ਕੀ ਕਿ ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਜਿਹੜੇ ਵੀ ਤਿੰਨ ਜਿਹੜੇ ਦੇਸ਼ ਹੈ ਅਫਗਾਨਿਸਤਾਨ, ਬੰਗਲਾਦੇਸ਼, ਪਾਕਿਸਤਾਨ ਤੋਂ ਮਾਈਨੋਰਟੀਜ਼ ਹੈ ਜਿਹੜੇ ਧਰਮ ਦੇ ਆਧਾਰ ਤੇ ਉਹਨਾਂ ਨੂੰ ਐਕਸਪਲੋਇਟ ਕੀਤਾ ਗਿਆ, ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਹੈ, ਉਹਨਾਂ ਦੀ ਜਾਨ ਨੂੰ ਜਿਨ੍ਹਾਂ ਨੂੰ ਉੱਥੇ ਖਤਰਾ ਹੈ, ਉਹ ਜੇ ਸਾਡੇ ਦੇਸ਼ 'ਚ ਆਏ ਹੈ, ਸ਼ਰਨ ਲੈਂਦੇ ਹੈ, ਇਹ ਕਾਨੂੰਨ ਨਾਲ ਉਹਨਾਂ ਦੀ ਮਦਦ ਮਿਲਦੀ ਹੈ। ਉੱਥੇ ਜਿਹੜੇ ਮਾਈਨੋਰਟੀਜ਼ ਸੀ, ਭਾਵੇਂ ਮੁਸਲਮਾਨ ਜਿਹੜਾ ਉੱਥੇ ਮੈਜੋਰਟੀ 'ਚ ਹੈ ਇਹਨਾਂ ਤਿੰਨਾਂ ਕੰਟਰੀਜ਼ 'ਚ, ਪਰ ਫਿਰ ਵੀ ਜੇ ਉਹਨਾਂ ਨੂੰ ਉੱਥੇ ਕੋਈ ਧਾਰਮਿਕ ਤੌਰ ਤੇ ਐਕਸਪਲੋਇਟ ਕੀਤਾ ਜਾਂਦਾ, ਉਹਨਾਂ ਨਾਲ ਵੀ ਨਾ ਐਡ ਕਰਕੇ ਆਪਾਂ ਸੈਂਟਰ ਨੂੰ ਭੇਜੀਏ। ਮੈਂ ਇੱਕ ਮਿੰਟ ਦਰਸ਼ਕਾਂ ਦੀ ਜਾਣਕਾਰੀ ਦੇ ਵਿੱਚ ਇੱਕ ਵਾਅਦਾ ਵੀ ਕਰ ਦਈਏ, ਅੱਜ ਅਕਾਲੀ ਦਲ ਵੱਲੋਂ ਸੋਧ ਮਤਾ ਪੇਸ਼ ਕੀਤਾ ਗਿਆ ਸੀਗਾ ਕਿ ਇਹਦੇ ਵਿੱਚ ਅਮੈਂਡਮੈਂਟ ਕੀਤੀ ਜਾਵੇ ਕਿ ਇਹਦੇ ਵਿੱਚ ਮੁਸਲਮਾਨ ਭਾਈਚਾਰੇ ਦਾ ਨਾਮ ਸ਼ਾਮਲ ਕੀਤਾ ਜਾਵੇ, ਜਿਸ ਨੂੰ ਸਪੀਕਰ ਨੇ ਇਨਕਾਰ ਕਰ ਦਿੱਤਾ, ਸਪੀਕਰ ਨੇ ਨਹੀਂ ਮੰਨਿਆ, ਜਿਸ ਕਰਕੇ ਇਹਨਾਂ ਨੇ ਇਸ ਦਾ ਵਿਰੋਧ ਵੀ ਕੀਤਾ। ਕਿਉਂਕਿ ਹਰਪ੍ਰੀਤ ਜੀ ਇਹ ਤੁਸੀਂ ਵੇਖੋ, ਮੈਂ ਦੀਪਕ ਸਾਹਿਬ ਇੱਕ ਸਵਾਲ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਤੁਸੀਂ ਇੱਥੇ ਦੀ ਗੱਲ ਕਰਦੇ ਹੋ, ਕੀ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜੇ ਤੁਸੀਂ ਵਾਕਈ ਅਮੈਂਡਮੈਂਟ ਚਾਹੁੰਦੇ ਸੀਗੇ, ਤੁਸੀਂ ਵੋਟ ਨਾ ਕਰਦੇ, ਤੁਸੀਂ ਇਹ ਕਹਿੰਦੇ ਕਿ ਪਹਿਲਾਂ ਅਮੈਂਡਮੈਂਟ ਕਰੋ, ਅਸੀਂ ਚਾਹੁੰਦੇ ਹਾਂ ਮੁਸਲਿਮ ਭਾਈਚਾਰੇ ਦਾ ਨਾਮ ਇਹਦੇ ਵਿੱਚ ਸ਼ਾਮਲ ਹੋਵੇ, ਉਸ ਤੋਂ ਬਾਅਦ ਅਸੀਂ ਵੋਟ ਕਰਾਂਗੇ। ਨਹੀਂ, ਅਸੀਂ ਬਿਲਕੁਲ ਪਹਿਲਾਂ ਅਸੀਂ ਉਹਨਾਂ ਨੂੰ ਦੇਖਣਾ ਹੈ ਜਿਹੜੇ ਇੰਨੇ ਸਾਲਾਂ ਦੇ ਇੱਥੇ ਸ਼ਰਨਾਰਥੀ ਸਾਡੀਆਂ ਮਾਈਨੋਰਟੀਜ਼ ਬੈਠੀਆਂ, ਜਿਨ੍ਹਾਂ ਨੂੰ ਅਸੀਂ ਭਰੋਸਾ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਨੂੰ ਇੱਥੋਂ ਦੀ ਅਸੀਂ ਨਾਗਰਿਕਤਾ ਲੈ ਕੇ ਦੇਵਾਂਗੇ। ਅਸੀਂ ਬਿਲਕੁਲ ਜੇ ਅੱਜ ਉੱਥੇ ਵਿਰੋਧ ਕਰਦੇ, ਹੋ ਸਕਦਾ ਇਹ ਨਹੀਂ ਪਤਾ ਸੀ ਕਿ 2 ਵੋਟਾਂ ਨਾਲ 4 ਵੋਟਾਂ ਨਾਲ ਪਾਸ ਹੁੰਦਾ ਨਹੀਂ ਹੁੰਦਾ, ਜੇ ਡਿੱਗ ਪੈਂਦਾ ਤੇ ਅਸੀਂ ਉਹਨਾਂ ਨੂੰ ਕੋਈ ਜਵਾਬ ਦੇਣ ਜੋਗੇ ਨਹੀਂ ਸੀ। ਅਸੀਂ ਇਹ ਸੀ ਕਿ ਉਹਨਾਂ ਜਿਹੜੀਆਂ ਸਾਡੀਆਂ ਮਾਈਨੋਰਟੀਜ਼ ਆ, ਭਾਵੇਂ ਹਿੰਦੂ ਹੈ, ਭਾਵੇਂ ਬੌਧ ਹੈ, ਭਾਵੇਂ ਈਸਾਈ ਹੈ, ਭਾਵੇਂ ਕ੍ਰਿਸਚਨ ਹੈ ਜਾਂ ਭਾਵੇਂ ਸਿੱਖ ਹੈ, ਉਹਨਾਂ ਦਾ ਤਾਂ ਇਸ ਦੇ ਨਾਲ ਹੋਵੇ, ਪਰ ਨਾਲ ਸਾਡੀ ਇਹ ਵੀ ਡਿਮਾਂਡ ਰਹੀ ਔਰ ਹੈ ਔਰ ਰਹੂਗੀ ਕਿ ਮੁਸਲਮਾਨਾਂ ਨੂੰ ਵੀ ਪਿਨ ਪੁਆਇੰਟ ਨਹੀਂ ਕਰਨਾ ਚਾਹੀਦਾ ਸੀ। ਹਾਲਾਂਕਿ ਦੂਜੇ ਪਾਸੇ ਅਮਿਤ ਸ਼ਾਹ ਜਿਹੜੇ ਪ੍ਰਧਾਨ ਮੰਤਰੀ ਹੈ, ਹੋਮ ਮਿਨਿਸਟਰ ਔਰ ਪ੍ਰਧਾਨ ਮੰਤਰੀ ਇੱਕ ਤੋਂ ਵੱਧ ਵਾਰ ਕਹਿ ਚੁੱਕੇ ਹੈ ਕਿ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਹੈ, ਭਾਵੇਂ ਕਿਸੇ ਕਮਿਊਨਿਟੀ ਦੇ ਵੀ ਹੈ, ਉਹਨਾਂ ਵਾਸਤੇ ਨਹੀਂ ਹੈ ਇਹ ਕੁਝ, ਇਹ ਉਹਨਾਂ ਵਾਸਤੇ ਹੈ ਜਿਹੜੇ ਪਿਛਲੇ 5, 10, 15 ਸਾਲਾਂ 'ਚ ਘੁਸਪੈਠੀਏ ਆ ਗਏ ਆ ਬੰਗਲਾਦੇਸ਼ ਤੋਂ ਜਾਂ ਕਿਸੇ ਹੋਰ ਕੰਟਰੀਜ਼ ਤੋਂ, ਲੱਖਾਂ ਦੀ ਤਾਦਾਦ 'ਚ ਆ ਗਿਆ, ਹਜ਼ਾਰਾਂ ਦੀ ਤਾਦਾਦ 'ਚ ਆਉਂਦੇ, ਔਰ ਉਹ ਸਟੇਟਾਂ ਜਿੱਥੇ ਆ ਗਿਆ ਉਹਨਾਂ ਦਾ ਇੱਕ ਵੋਟ ਬੈਂਕ ਯੂਜ਼ ਕਰ ਰਹੇ, ਔਰ ਉਹ ਸਾਡੇ ਆਤੰਕਵਾਦ ਫੈਲਾ ਰਹੇ ਆ, ਸਾਡੀ ਦੇਸ਼ ਦੀ ਏਕਤਾ ਅਖੰਡਤਾ ਲਈ ਜਿਨ੍ਹਾਂ ਤੋਂ ਡਰ ਹੈ ਉਹਨਾਂ ਵਾਸਤੇ ਹੈ, ਉਹਨਾਂ ਨੂੰ ਪਿਨ ਪੁਆਇੰਟ ਕਰਨ ਵਾਸਤੇ ਕਾਨੂੰਨ ਹੈ। ਇਹ ਸਾਡੇ ਆਮ ਨਾਗਰਿਕ ਹੈ ਜਿਹੜੇ ਇੱਥੇ ਰਹਿ ਰਹੇ ਆ ਬਹੁਤ ਸਾਲਾਂ ਤੋਂ, ਉਹਨਾਂ ਵਾਸਤੇ ਨਹੀਂ ਹੈ। ਠੀਕ ਹੈ ਢਿੱਲੋਂ ਸਾਹਿਬ, ਕਾਂਗਰਸ ਤੇ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇੱਕ ਵੱਡਾ ਝਟਕਾ ਹੈ ਬੀਜੇਪੀ ਦੇ ਲਈ ਪੰਜਾਬ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋਣਾ, ਔਰ ਹੁਣ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਕੇਰਲ ਦੇ ਨਾਲ ਖੜੇ ਹਾਂ, ਔਰ ਗੱਲ ਸੁਪਰੀਮ ਕੋਰਟ ਦੇ ਵਿੱਚ ਵੀ ਜਾਏਗੀ ਤੇ ਤਾਂ ਵੀ ਖੜੇ ਹਾਂ ਅਸੀਂ। ਇਹ ਝਟਕਾ ਮੰਨਦੇ ਹੋ? ਇੱਕ ਝਟਕਾ ਤਾਂ ਹੈਗਾ ਕਿ ਇੱਕ ਵਿਧਾਨ ਸਭਾ ਸਿੱਧਾ ਕਹਿੰਦੀ ਕਿ ਕੇਂਦਰ ਇੱਕ ਕਾਨੂੰਨ ਸਾਡੇ ਤੇ ਥੋਪ ਰਿਹਾ, ਸਾਨੂੰ ਉਹ ਕਾਨੂੰਨ ਮਨਜ਼ੂਰ ਨਹੀਂ। ਕੋਈ ਝਟਕਾ ਨਹੀਂ ਹੈ, ਨਾ ਕੋਈ ਐਵੇਂ ਦੀ ਗੱਲਬਾਤ ਹੈ। ਇਹ ਆਪ ਕਨਫਿਊਜ਼ ਨੇ ਤੇ ਲੋਕਾਂ ਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ। ਇਹੋ ਰੋਲ ਕਾਂਗਰਸ ਦਾ ਤੇ ਇਹੋ ਰੋਲ ਆਮ ਆਦਮੀ ਪਾਰਟੀ ਦਾ। ਪਹਿਲੀ ਗੱਲ, ਜਿਹੜਾ ਕਾਨੂੰਨ ਬਣ ਚੁੱਕਾ ਦੇਸ਼ ਦੀ ਲੋਕ ਸਭਾ ਨੇ ਪਾਸ ਕੀਤਾ, ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਹੁਣ ਇਹ ਕਹਿੰਦੇ ਸੀ ਵੀ ਸਟੇਟਾਂ ਤੋਂ ਕਿਉਂ ਨਹੀਂ ਲਿਆ ਗਿਆ, ਸਟੇਟਾਂ ਤੋਂ ਕਿਉਂ ਵਿੱਚ ਇਨਵੋਲਵ ਨਹੀਂ ਕੀਤਾ ਗਿਆ ਔਰ ਧੱਕੇ ਨਾਲ ਥੋਪਿਆ। ਰਾਜ ਸਭਾ ਜਿਹੜੀ ਹੈ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦੀ ਹੈ। ਰਾਜ ਸਭਾ ਦਾ ਕੋਈ ਵੀ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਉਹ ਸਟੇਟ ਨੂੰ ਰਿਪਰੈਜ਼ੈਂਟ ਕਰਦਾ, ਨਾ ਕਿ ਕਿਸੇ ਉਹਨੂੰ ਕਰਦਾ, ਔਰ ਉਹ ਸਟੇਟ ਦਾ ਉਹਦੇ ਵਿੱਚ ਉੱਥੇ ਰਾਜ ਸਭਾ ਦੇ ਵਿੱਚ ਬਹਿਸ ਹੋ ਕੇ ਬਕਾਇਦਾ ਸਾਡਾ ਬਹੁਮਤ ਨਾ ਹੋਣ ਦੇ ਬਾਵਜੂਦ ਵੀ ਉੱਥੇ ਬਹੁਮਤ ਨਾਲ ਇਸ ਬਿੱਲ ਨੂੰ ਪਾਸ ਕੀਤਾ ਗਿਆ। ਦੈਨ ਇਹਨੂੰ ਰਾਸ਼ਟਰਪਤੀ ਨੇ ਸਟੈਂਪ ਲਾ ਕੇ ਇਹਦੇ ਉੱਤੇ ਇਹਨੂੰ ਕਾਨੂੰਨ ਬਣਾ ਦਿੱਤਾ। ਹੁਣ ਜਿਹੜੀ ਇਹ ਗੱਲ ਕਰਦੇ ਨੇ ਕਿ ਸੰਵਿਧਾਨ ਦੀ ਉਲੰਘਣਾ, ਅੱਜ ਸੰਵਿਧਾਨ ਦੀ ਉਲੰਘਣਾ ਜੇ ਹੋਈ ਆ ਤਾਂ ਪੰਜਾਬ ਦੀ ਅਸੈਂਬਲੀ ਦੇ ਵਿੱਚ ਹੋਈ ਆ, ਕਿਉਂਕਿ ਸੰਵਿਧਾਨ ਬਣ ਚੁੱਕਿਆ ਕਾਨੂੰਨ, ਉਹਨੂੰ ਤੁਸੀਂ ਜੇ ਉਹਦੇ ਬਾਰੇ ਕੋਈ ਐਵੇਂ ਦੀਆਂ ਗੱਲਾਂ ਬਾਤਾਂ ਕਰਦੇ ਹੋ ਤਾਂ ਇਟ ਮੀਨਸ ਤੁਸੀਂ ਸੰਵਿਧਾਨ ਦੇ ਉਲੰਘਣਾ ਕਰ ਰਹੇ ਹੋ ਔਰ ਸੰਵਿਧਾਨ ਦੇ ਖਿਲਾਫ ਬੋਲ ਰਹੇ ਹੋ। ਸੰਵਿਧਾਨ ਦੇ ਖਿਲਾਫ ਬੋਲਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਕਹਿਣਗੇ ਸਾਡੇ ਅਧਿਕਾਰ ਨੇ ਬੋਲਣ ਦੇ। ਕਾਂਗਰਸ ਤਾਂ ਤੁਹਾਡੇ ਤੇ ਕਹਿੰਦੀ ਹੈ ਸੰਵਿਧਾਨ ਦੀ ਉਲੰਘਣਾ ਤਾਂ ਤੁਸੀਂ ਕੀਤੀ ਹੈ। ਅਸੀਂ ਨਹੀਂ ਕੀਤੀ, ਬਿਲਕੁਲ। ਇਸ ਬਿੱਲ ਨੂੰ ਲਿਆ ਕੇ ਸੰਵਿਧਾਨ ਦੇ ਮੂਲ ਢਾਂਚੇ ਨੂੰ ਵਿਗਾੜਨ ਦੀ ਕੋਸ਼ਿਸ਼ ਤੁਸੀਂ ਕੀਤੀ ਹੈ, ਇਸੇ ਕਰਕੇ ਵਿਧਾਨ ਸਭਾ 'ਚ ਮੁੱਦਾ ਚੱਕਿਆ ਗਿਆ। ਅਸੀਂ ਵਾਰ-ਵਾਰ ਕਲੀਅਰ ਕੀਤਾ ਕਿ CAA ਕਿਸੇ ਦੀ ਨਾਗਰਿਕਤਾ ਲੈਣ ਦਾ ਕਾਨੂੰਨ ਨਹੀਂ ਹੈ, ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਦੂਜੀ ਗੱਲ, ਸ਼ਰੇਆਮ ਅਸੀਂ ਇਹ ਗੱਲ ਕਹਿੰਦੇ ਪਏ ਹਾਂ ਕਿ ਜਿਹੜੀਆਂ ਮਾਈਨੋਰਟੀਜ਼ ਅਫੈਕਟਡ ਨੇ, ਉਹ ਮਾਈਨੋਰਟੀਜ਼ ਸਾਡੇ ਤੋਂ ਜਿਹੜੇ ਸ਼ਰਨ ਮੰਗ ਰਹੇ ਨੇ, ਬੜੇ ਸਾਲਾਂ ਦੇ ਆਣ ਕੇ ਹਿੰਦੁਸਤਾਨ ਦੇ ਵਿੱਚ ਇੱਥੇ ਰਹਿ ਰਹੇ ਨੇ, ਬੈਠੇ ਹੋਏ ਨੇ, ਉਹਨਾਂ ਨੂੰ ਕੋਈ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਵੀ ਮਿਲ ਨਹੀਂ ਸਕਦੀਆਂ, ਕਿਉਂਕਿ ਉਹ ਸਾਡੇ ਨਾ ਤਾਂ ਨਾਗਰਿਕ ਹੈ, ਨਾ ਉਹਨਾਂ ਕੋਲ ਇਸ ਤਰੀਕੇ ਦਾ ਕੋਈ ਵਰਕ ਪਰਮਿਟ ਹੈ, ਨਾ ਉਹਨਾਂ ਕੋਲ ਕੋਈ ਉਵੇਂ ਦਾ ਵੀਜ਼ਾ। ਹੁਣ ਉਹ ਸਾਡੇ ਕੋਲੋਂ ਨਾਗਰਿਕਤਾ ਮੰਗ ਰਹੇ, ਇੰਨੇ ਚਿਰ ਦੀ ਲੰਬੀ ਡਿਮਾਂਡ ਹੈ। ਜਿਵੇਂ ਰਜਿੰਦਰ ਦੀਪਾ ਜੀ ਨੇ ਕਿਹਾ, ਅਫਗਾਨ ਤੋਂ ਸਿੱਖ ਵਿਚਾਰੇ ਆ ਕੇ ਬੈਠੇ ਹੈ, ਮੁਸਲਮਾਨ ਜਿਹੜੇ ਕੰਟਰੀਆਂ ਦੇ ਵਿੱਚ ਪ੍ਰਤਾੜਿਤ ਹੋ ਕੇ ਆਏ ਨੇ, ਉਧਰੋਂ ਪਾਕਿਸਤਾਨ ਤੋਂ ਸਿੱਖ ਔਰ ਹਿੰਦੂ ਆ ਕੇ ਬੈਠੇ ਨੇ ਬਹੁਤ ਜ਼ਿਆਦਾ, ਉਹ ਵਿਚਾਰੇ ਸਾਡੇ ਤੋਂ ਨਾਗਰਿਕਤਾ ਮੰਗ ਰਹੇ, ਅਸੀਂ ਉਹਨਾਂ ਨੂੰ ਨਹੀਂ ਦੇ ਕੇ ਇਹ ਜਿਹੜੀ ਲੋਕ ਗੱਲ ਕਰਦੇ ਨੇ
ਇਹ ਹਿਊਮੈਨਿਟੀ ਦੇ ਖਿਲਾਫ ਗੱਲ ਕਰ ਰਹੇ ਆ। ਇਹ ਇੱਕ ਜਿਹੜੀ ਆਪਣੀ ਨੈਤਿਕ ਜ਼ਿੰਮੇਵਾਰੀ ਬਣਦੀ ਆ ਉਹਦੇ ਤੋਂ ਇਹ ਉਹਦੇ ਵਿਰੋਧ ਦੀ ਗੱਲ ਕਰ ਰਹੇ ਆ। ਅਸੀਂ ਤਾਂ ਉਹਨਾਂ ਲੋਕਾਂ ਦਾ ਜਿਹੜੇ ਵਿਚਾਰੇ ਦੁਖੀ ਸੀ, ਪਰੇਸ਼ਾਨ ਸੀ, ਉਹਨਾਂ ਨੂੰ ਨਾਗਰਿਕਤਾ ਦੇ ਕੇ ਉਹਨਾਂ ਦੀ ਬਾਹ ਫੜੀ ਹੈ। ਔਰ ਦੂਜੀ ਗੱਲ, ਜਿਹੜੇ ਭਾਈਚਾਰੇ ਦੀ ਇਹ ਗੱਲ ਕਰਦੇ ਪਏ ਨੇ, ਉਹ ਭਾਈਚਾਰਾ ਕਦੋਂ ਤੁਹਾਡੇ ਕੋਲ ਆ ਕੇ ਮੰਗ ਰਿਹਾ ਵੀ ਨਾਗਰਿਕਤਾ ਸਾਨੂੰ ਦਿਓ? ਪਾਕਿਸਤਾਨ ਤੋਂ ਕਿਹੜਾ ਮੁਸਲਮਾਨ ਆ ਕੇ ਮੰਗਦਾ ਪਿਆ ਸਾਡੇ ਕੋਲ ਨਾਗਰਿਕਤਾ? ਉਹ ਤਾਂ ਆਲਰੇਡੀ ਮੁਸਲਿਮ ਦੇਸ਼ ਹੈ, ਆਲਰੇਡੀ ਉਹਨਾਂ ਦੇ ਕੋਲੇ ਆਪਣਾ ਇਸਲਾਮਿਕ ਕਾਨੂੰਨ ਦੇ ਤਹਿਤ ਉਹ ਚੱਲਦੇ ਨੇ। ਇਸਲਾਮਿਕ ਕਾਨੂੰਨ ਦੇ ਤਹਿਤ ਚੱਲਣ ਵਾਲੇ ਦੇਸ਼ ਦੇ ਵਿੱਚ ਮੁਸਲਮਾਨ ਥੋੜੀ ਪ੍ਰਤਾੜਿਤ ਆ ਨੇ ਜਿਹੜੀਆਂ 6 ਕਮੇਟੀਆਂ ਅਸੀਂ ਗਿਣੀਆਂ ਨੇ, ਚਲੋ ਮੈਂ ਇੱਕ ਮਿੰਟ ਇਹ ਆਈਆਂ, ਅਸੀਂ ਨਾਗਰਿਕਤਾ ਕਾਨੂੰਨ ਦਿੱਤਾ। ਤਕਨੀਕੀ ਪੱਖ ਵੀ ਸਮਝ ਲਈਏ। ਐਡਵੋਕੇਟ ਗੌਤਮ ਸਾਹਿਬ, ਮੈਂ ਤੁਹਾਡੇ ਤੋਂ ਇਹ ਤਕਨੀਕੀ ਪੱਖ ਸਮਝਣਾ ਚਾਹੁੰਦਾ, ਲੀਗਲ ਪੱਖ ਸਮਝਣਾ ਚਾਹੁੰਦਾ ਕਿ ਜਿਹੜਾ ਮੁਲਕ ਦੇ ਵਿੱਚ ਕਾਨੂੰਨ ਬਣ ਗਿਆ, ਪਹਿਲਾਂ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇੱਕ ਕਾਨੂੰਨ ਦਾ ਰੂਪ ਲੈ ਲਿਆ, ਕਿ ਸੂਬਾ ਸਰਕਾਰਾਂ ਨੂੰ ਇਹ ਅਧਿਕਾਰ ਹੈ ਜਾਂ ਵਿਧਾਨ ਸਭਾਵਾਂ ਨੂੰ ਇਹ ਅਧਿਕਾਰ ਹੈ ਕਿ ਉਸ ਕਾਨੂੰਨ ਦੇ ਖਿਲਾਫ ਕੋਈ ਮਤਾ ਪਾਸ ਕਰਨਾ ਜਾਂ ਪੇਸ਼ ਕਰਨਾ, ਉਸ ਨੂੰ ਪਾਸ ਕਰਨ ਤੋਂ ਬਾਅਦ ਇਸ ਐਕਟ ਦੇ ਵਿੱਚ ਕੋਈ ਫਰਕ ਪਵੇਗਾ ਜਾਂ ਪ੍ਰਭਾਵਿਤ ਕਰਦਾ? ਬਿਫੋਰ ਆਈ ਕਮ ਟੂ ਦਿਸ ਪੁਆਇੰਟ, ਇੱਕ ਚੀਜ਼ ਆਪਾਂ ਮਿਸ ਕਰ ਰਹੇ ਹੈਗੇ ਕਿ ਇਹਦੇ ਖਿਲਾਫ ਪਹਿਲੇ ਹੀ ਇੱਕ ਯਾਚਿਕਾ ਸੁਪਰੀਮ ਕੋਰਟ 'ਚ ਦਾਇਰ ਹੋ ਚੁੱਕੀ ਹੈ। ਉਹਦੇ ਉੱਤੇ ਬਹਿਸ ਚੱਲ ਰਹੀ ਹੈ। ਉਹਦੇ ਉੱਪਰ ਬੜਾ ਐਜੀਟੇਟ ਕੀਤਾ ਗਿਆ ਸਟੇ ਲੈਣ ਲਈ, ਤਾਂ ਕਿ ਅਗਰ ਸਟੇ ਮਿਲ ਜਾਏ ਉਹਦੇ ਉੱਪਰ ਤੇ ਫਿਰ ਇਹ ਕਾਨੂੰਨ ਨਹੀਂ ਲਾਗੂ ਕੀਤਾ ਜਾ ਸਕਦਾ। ਪਰ ਸੁਪਰੀਮ ਕੋਰਟ ਨੇ ਇਹ ਸਾਰੇ ਮੁੱਦਿਆਂ ਨੂੰ ਦੇਖਦੇ ਹੋਏ ਕੋਈ ਸਟੇ ਗ੍ਰਾਂਟ ਨਹੀਂ ਕੀਤਾ ਹੈ ਤੇ 10 ਤਾਰੀਖ ਨੂੰ 10 ਜਨਵਰੀ 2020 ਨੂੰ ਇਹਨੂੰ ਲਾਗੂ ਕਰ ਦਿੱਤਾ ਗਿਆ ਪ੍ਰੈਜ਼ੀਡੈਂਟ ਸਾਹਿਬ ਦੀ ਮੋਹਰ ਲਾ ਕੇ। ਹੁਣ ਇਹ ਕਾਨੂੰਨ ਬਣ ਚੁੱਕਾ ਹੈ ਔਰ ਇੱਕ ਇਹਦਾ ਅਧਿਕਾਰ ਜਿਹੜਾ ਹੈ ਸੈਂਟਰ ਗਵਰਨਮੈਂਟ ਦੇ ਅੰਡਰ ਆਉਂਦਾ ਹੈਗਾ। ਆਪਾਂ ਕਿਸੇ ਨੂੰ ਸਿਟੀਜ਼ਨਸ਼ਿਪ ਪ੍ਰੋਵਾਈਡ ਕਰਨ ਦੀ ਗੱਲ ਕਰ ਰਹੇ ਹਾਂ। ਸਿਟੀਜ਼ਨਸ਼ਿਪ ਐਕਟ 1955 ਦੇ ਅਕੋਰਡਿੰਗ ਉਹਦੇ ਵਿੱਚ ਉਹਨਾਂ ਨੇ ਦੱਸਿਆ ਗਿਆ ਹੈ ਵੀ ਕਿਸ ਤਰ੍ਹਾਂ ਇੰਡੀਅਨ ਸਿਟੀਜ਼ਨਸ਼ਿਪ ਐਕਵਾਇਰ ਕੀਤੀ ਜਾ ਸਕਦੀ ਹੈ। ਇਟ ਇਜ਼ ਬਾय ਬਰਥ, ਬਾय ਡਿਸੈਂਟ, ਬਾय ਰਜਿਸਟ੍ਰੇਸ਼ਨ, ਨੈਚੁਰਲਾਈਜੇਸ਼ਨ ਐਂਡ ਇਫ ਐਨੀ ਨਿਊ ਟੈਰੀਟਰੀਜ਼ ਇਨਕॉर्पोरेटेड इनटू इंडियन टेरिटरी। देयरफॉर अगर किसी ने भी सिटीजन बनना है, यानी कि आप गल कर रहे हैं एनी फॉरेन परसन ਜਿਹੜਾ ਕਿ ਇੰਡੀਆ ਵਿੱਚ ਪੈਦਾ ਨਹੀਂ ਹੋਇਆ ਹੈ, ਉਹਨੂੰ ਸਿਟੀਜ਼ਨਸ਼ਿਪ ਕਿਵੇਂ ਦੇ ਸਕਦੇ ਆ? ਤੇ ਉਹਦੇ ਵਿੱਚ ਇੱਕ ਮੁਸਲਿਮ ਵੀ ਅਪਲਾਈ ਕਰਕੇ ਇੰਡੀਅਨ ਸਿਟੀਜ਼ਨਸ਼ਿਪ ਲੈ ਸਕਦਾ ਹੈ। CAA ਜਿਹੜੀ ਅਮੈਂਡਮੈਂਟ ਕੀਤੀ ਗਈ ਹੈ ਉਹਦੇ ਵਿੱਚ ਇੱਕ ਬੜੀ ਇੰਪੋਰਟੈਂਟ ਡੇਟ ਅਸੀਂ ਮਿਸ ਕਰ ਦਿੰਦੇ ਆ, ਜੋ ਕਿ ਆਪਾਂ ਬਾਰ-ਬਾਰ ਨਹੀਂ ਬੋਲਦੇ ਹੈਗੇ। ਦੈਟ ਇਜ਼ 31 ਦਸੰਬਰ 2014। CAA ਲਾਗੂ ਕਰਨ ਦਾ ਮੁੱਦਾ ਇਹ ਹੈਗਾ ਕਿ 31 ਦਸੰਬਰ 2014 ਤੋਂ ਪਹਿਲੇ ਕੋਈ ਵੀ ਫੋਰਨ ਨੈਸ਼ਨਲ ਜਿਹੜਾ ਕਿ ਇੰਡੀਆ ਵਿੱਚ ਆ ਕੇ ਰਹਿ ਰਿਹਾ ਹੈ, ਅਸੀਂ ਉਹਨੂੰ ਇੰਡੀਅਨ ਨਾਗਰਿਕਤਾ ਦੇ ਰਹੇ ਹਾਂ। ਉਹਨੂੰ ਉਹ ਵੀ ਨਾਗਰਿਕਤਾ ਲੈਣ ਲਈ ਤਦ ਹੀ ਯਾਨੀ ਕਿ ਐਲੀਜੀਬਲ ਹੈਗਾ ਕਿ ਅਗਰ ਉਹ ਇੰਡੀਆ ਵਿੱਚ 6 ਸਾਲ ਰਹਿ ਚੁੱਕਾ ਹੈ, ਇੰਡੀਆ ਦੇ ਕਾਨੂੰਨ ਨੂੰ ਮੰਨਦਾ ਹੈ। ਹੁਣ ਐਸੇ ਇਮੀਗ੍ਰੈਂਟਸ ਜਿਨ੍ਹਾਂ ਨੂੰ ਕਹਿੰਦੇ ਆ ਜਾਂ ਇਲੀਗਲ ਇਮੀਗ੍ਰੈਂਟਸ ਆਪਾਂ ਕਹਿ ਲਈਏ, ਜਿਹੜੇ ਕਿ ਇੰਡੀਆ ਵਿੱਚ ਆਏ ਹੋਏ ਨੇ, ਕਿ ਉਹਨਾਂ ਉੱਪਰ ਨਾ ਤੇ ਇੰਡੀਅਨ ਕਾਨੂੰਨ ਲਾਗੂ ਹੁੰਦਾ ਹੈਗਾ। they can't be subjected, ਅਗਰ ਉਹ ਇੱਥੇ ਇੰਡੀਆ 'ਚ ਕੋਈ ਗਲਤ ਕੰਮ ਕਰਨ, they will say that we are not Indian nationals, we are illegal immigrants, so they can't be dealt with in accordance to Indian laws. So once they apply for citizenship of India, ਤੇ ਉਸ ਤੋਂ ਬਾਅਦ they will be amenable to Indian laws. We can prosecute them according to Indian law. As on date, ਅਗਰ ਉਹ illegal immigrant ਹੈਗੇ, ਨਾ ਤੇ ਉਹਨਾਂ ਉੱਪਰ ਇੰਡੀਅਨ ਕਾਨੂੰਨ ਲਾਗੂ ਹੁੰਦਾ ਤੇ ਇੰਡੀਅਨ ਦਾ ਟੈਕਸ ਪੇਅਰ ਦਾ ਪੈਸਾ ਉਹਨਾਂ ਨੂੰ ਫੈਸਿਲਿਟੇਟ ਕਰ ਰਿਹਾ ਹੈਗਾ। ਸੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਨਾ, ਬਾਕੀ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ, ਸਵਾਲ ਇਹ ਖੜਾ ਹੁੰਦਾ ਕਿ ਧਰਮ ਤੇ ਆਧਾਰਿਤ ਕਿਸੇ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ? ਕਿਸੇ ਫਿਰਕੇ, ਕੌਮ, ਨਸਲ, ਰੰਗ, ਭੇਦ, ਜਾਤ ਦੇ ਮੁਤਾਬਕ ਕਿਸੇ ਨੂੰ ਸਿਟੀਜ਼ਨਸ਼ਿਪ ਦਿੱਤੀ ਜਾ ਸਕਦੀ ਹੈ ਕਿ ਫਲਾਣੇ ਨੂੰ ਦੇ ਦਾਂਗੇ, ਫਲਾਣੇ ਨੂੰ ਨਹੀਂ ਦੇਣੀ? No, this is a classification under law. Now, Constitution says that if it is a class of people, now class of people is any class of people, it is not as per caste, creed or religion. They say any persecuted community and minority. Now minority in a certain country. Now these 3 countries are given and all these 3 countries are Islamic countries. They are Islamic nations by religion themselves. We have not declared them as an Islamic nation. It is the country, the constitution provides that Pakistan is a Islamic nation. Bangladesh is a Islamic nation. So when we talk about minorities over there, can a Muslim in Islam say that he is a minority? As per law, we say that a minority in these countries who is persecuted. Now, second criteria is persecuted. कि उन्हां दा पर गल तां ਇਹ ਹੈ ਨਾ ਕਿ ਉਹਨਾਂ ਮੁਲਕਾਂ ਦੇ ਵਿੱਚ ਮੁਸਲਿਮ ਭਾਈਚਾਰਾ ਸੇਫ ਹੈ, ਸੁਰੱਖਿਅਤ ਹੈ,
ਉਹਨੂੰ ਕੋਈ ਡਰ ਨਹੀਂ, ਉਹਨੂੰ ਕੋਈ ਭੈ ਨਹੀਂ, ਉਹਦੇ ਤੇ ਕੋਈ ਜ਼ੁਲਮ ਨਹੀਂ ਹੋ ਰਿਹਾ। ਸਾਡਾ ਇਹ ਅਸੀਂ ਆਪਣੇ ਕੋਲੋਂ ਹੀ ਮੰਨ ਕੇ ਕਿਉਂ ਚੱਲ ਰਹੇ ਹਾਂ? ਨਹੀਂ, ਅਸੀਂ ਸਿਰਫ ਗੱਲ ਇਹ ਕਹਿ ਰਹੇ ਹਾਂ ਕਿ ਜਿਹੜੇ ਇਸ ਘੱਟ ਕਾਨੂੰਨ ਗਿਣਤੀ ਉਹਨਾਂ ਤੇ ਜ਼ੁਲਮ ਹੋ ਰਿਹਾ ਤੇ ਉਹਨਾਂ ਨੂੰ ਅਸੀਂ ਦੇ ਰਹੇ ਹਾਂ, ਬਾਕੀਆਂ ਨੂੰ ਨਹੀਂ ਦੇ ਰਹੇ। We don't say that any Islamic any citizen of Islamic country cannot apply for Indian citizenship. Indian Citizenship 1955 Act provides for by way of registration. If any of the Islamic citizen of these three countries want to come to India and become Indian citizenship, he can separately apply for that. ਫਿਰ ਘੱਟ ਗਿਣਤੀ He will be ਦੂਜੇ ਕਿਉਂ- given. ਫਿਰ ਦੂਜੇ ਕਿਉਂ ਨਹੀਂ ਕਰ ਸਕਦੇ ਇਹ ਗੱਲ? We ਫਿਰ are CA ਦੀ he's ਜ਼ਰੂਰਤ ਕਿਉਂ ਹੈ? Then there is a categorization of minority. Is a Islamic ਸਮਝ ਗਿਆ ਮੈਂ person, ਤੁਹਾਡੀ a ਗੱਲ। Muslim, ਜਿਹੜੇ is ਜਿਹੜੇ a minority over there. ਨੇ ਇਹ ਕਾਨੂੰਨ ਘੱਟ ਗਿਣਤੀਆਂ ਵਾਸਤੇ ਬਣਾਇਆ ਗਿਆ। ਜਿਹੜੇ ਘੱਟ ਗਿਣਤੀ ਵਾਲੇ ਨੇ ਜਿਨ੍ਹਾਂ ਤੇ ਜ਼ੁਲਮ ਤਸ਼ੱਦਦ ਧਾਰਮਿਕ ਤਸ਼ੱਦਦ ਹੁੰਦਾ ਹੈ, ਉਹ ਇਸ ਕੈਟਾਗਰੀ ਦੇ ਅਧੀਨ ਆ ਕੇ ਅਪਲਾਈ ਕਰ ਸਕਦੇ ਨੇ। ਜੀ। ਪਰ ਰੋਜ਼ ਸਵਾਲ ਖੜਾ ਇਹ ਹੁੰਦਾ ਹੈ, ਵਾਰ-ਵਾਰ ਜਿਹੜਾ ਸਵਾਲ ਖੜਾ ਇਹ ਕੀਤਾ ਜਾ ਰਿਹਾ ਹੈ ਕਿ ਮੁਸਲਿਮ ਭਾਈਚਾਰੇ ਨੂੰ ਇੱਥੋਂ ਬਾਹਰ ਕਿਉਂ ਕੱਢਿਆ ਗਿਆ? ਔਰ ਇੱਕ ਮਿੰਟ ਹਰਪ੍ਰੀਤ ਜੀ, ਮੈਂ ਇਹ ਇੱਕ ਸਿਰਫ ਮਿੰਟ ਆਉਂਦਾ ਨਾ। ਅਮੈਂਡਮੈਂਟ ਹੈ, ਕੋਈ ਠੀਕ ਕਾਨੂੰਨ ਹੈ। ਨਵਾਂ ਨਹੀਂ ਬਣਾਇਆ। ਸੁਖਦੇਵ ਸਿੰਘ, ਮੈਂ ਪੁਰਾਣੇ ਕਾਨੂੰਨ 'ਚ ਸੋਧ ਕੀਤੀ ਹੈ ਔਰ ਉਹਦੇ 'ਚ ਕੁਝ ਚੀਜ਼ਾਂ ਜੋੜੀਆਂ ਨੇ, ਜਿਵੇਂ ਇਹਨਾਂ ਨੇ ਕਿਹਾ 31 ਦਸੰਬਰ 2014 ਤੱਕ। ਪਹਿਲਾਂ ਇਹਦੀ ਜਿਹੜੀ ਅਵਧੀ ਹੁੰਦੀ ਸੀ ਉਹ 11 ਸਾਲ ਜੇ ਉਹ ਰਹਿ ਰਿਹਾ, ਹੁਣ ਉਹ ਸਿਰਫ ਉਹਨੂੰ ਕੱਟ ਸ਼ਾਰਟ ਕਰਕੇ 5 ਸਾਲ ਕਰ ਦਿੱਤਾ। ਇੱਕ ਉਹਨਾਂ ਨੂੰ ਫੈਸਿਲਿਟੇਟ ਕਰਨ ਠੀਕ ਹੈ, ਵਾਸਤੇ। ਚਲੋ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ ਹਾਂ। ਸੁਖਦੇਵ ਸਿੰਘ, ਤੁਸੀਂ ਹਿਊਮੈਨਿਟੀ ਦੇ ਖਿਲਾਫ ਇਹ ਮਤਾ ਪਾਸ ਕੀਤਾ ਹੈ। ਬੜੇ ਸਾਰੇ ਲੋਕ, ਖਾਸ ਤੌਰ ਤੇ ਅਫਗਾਨੀ ਸਿੱਖ ਨੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਔਰ ਪੰਜਾਬ ਦੇ ਵਿੱਚ ਰਹਿ ਰਹੇ ਨੇ, ਤੁਸੀਂ ਉਹਨਾਂ ਦੇ ਖਿਲਾਫ ਮਤਾ ਪਾਸ ਕੀਤਾ ਹੈ। ਜਿਹੜੇ 40-40 ਸਾਲ ਤੋਂ 30-30 ਸਾਲ ਤੋਂ ਇੱਥੇ ਰਹਿ ਰਹੇ ਨੇ, ਜਿਨ੍ਹਾਂ ਕੋਲ ਨਾ ਡਰਾਈਵਿੰਗ ਲਾਇਸੈਂਸ ਹੈ, ਨਾ ਪਾਸਪੋਰਟ ਹੈ, ਨਾ ਉਹਨਾਂ ਦੇ ਘਰ ਦਾ ਕੋਈ ਇਦਾਂ ਦਾ ਕੋਈ ਕੰਮ ਹੁੰਦਾ ਹੈ, ਕੋਈ ਪਛਾਣ ਹੈ ਉਹਨਾਂ ਦੀ, ਉਹਨਾਂ ਦੇ ਖਿਲਾਫ ਤੁਸੀਂ ਇਹ ਮਤਾ ਪਾਸ ਕੀਤਾ ਹੈ। ਤੁਸੀਂ ਇੱਕ ਧਿਰ ਨੂੰ ਅੱਖੋਂ ਪਰੋਖੇ ਨਾ ਕਰਕੇ ਸਾਰੀਆਂ ਧਿਰਾਂ ਦੇ ਨਾਲ ਧੋਖਾ ਕੀਤਾ। ਸਰ ਦੇਖੋ, ਢਿੱਲੋਂ ਸਾਹਿਬ ਤਾਂ ਇਹ ਵੀ ਕਹਿੰਦੇ ਵੀ ਇਹ ਨਵਾਂ ਕਾਨੂੰਨ ਨਹੀਂ ਹੈ, ਜਦ ਕਿ ਇਹ ਨਵਾਂ ਕਾਨੂੰਨ ਹੈ। ਔਰ ਇਹ ਇਸ ਕਰਕੇ ਢਿੱਲੋਂ ਸਾਹਿਬ ਦਾ ਇਹ ਕਹਿਣਾ ਵੀ ਅਸੀਂ ਉਹਨਾਂ ਨੂੰ ਅੱਖੋਂ ਪਰੋਖ ਕੀਤਾ, ਬਿਲਕੁਲ ਗਲਤ ਹੈ। ਗਲਤ ਪ੍ਰਚਾਰ ਹੈ, ਕੂੜ ਪ੍ਰਚਾਰ ਹੈ। ਦੇਖੋ ਗੱਲ ਇਹ ਆ, ਅਸੀਂ ਅਮੈਂਡਮੈਂਟ ਦਾ ਅਰਥ ਕੀ ਹੁੰਦਾ, ਤੁਸੀਂ ਉਹ ਸਮਝਾ ਦਿਓ ਜਰਾ। ਅਮੈਂਡਮੈਂਟ ਕਿਹਨੂੰ ਕਹਿੰਦੇ ਨੇ? ਕਹਿੰਦਾ ਵੀ ਧਰਮ ਉਹ ਵੀਰੇ, ਮੈਂ ਤੇਰੀ ਗੱਲ 'ਚ ਬੋਲਿਆ, ਮੈਂ ਤੈਨੂੰ ਢਿੱਲੋਂ ਪੁੱਛਿਆ ਗੱਲ 'ਚ ਬੋਲਿਆ ਯਾਰ, ਕਿਉਂ ਐਵੇਂ ਮੈਂ ਤੁਹਾਨੂੰ ਪੁੱਛਿਆ ਹੀ ਇਹ ਸਵਾਲ ਜੋੜਦਾ, ਇੱਕ ਨਾਲੇ ਦਾ ਵੀ ਜਵਾਬ ਦੇ ਦਿਓ। ਮਾਦਾ ਰੱਖੋ ਯਾਰ। ਮਾਦਾ ਹੈ, ਪੂਰਾ ਮਾਦਾ ਹੈ। ਮੈਂ ਤਾਂ ਸਵਾਲ ਜੋੜਿਆ, ਜਵਾਬ ਆਉਂਦਾ ਤਾਂ ਦੇ ਦਿਓ, ਨਹੀਂ ਆਉਂਦਾ ਨਾ ਦਿਓ। ਬਹਿਸ ਕਾਦੀ ਕਰਨੀ ਹੈ? ਚਲੋ ਠੀਕ ਹੈ। ਹਾਂਜੀ ਬੋਲੋ। ਮੈਂ ਕਹਿੰਦਾ ਤੁਸੀਂ, ਮੈਂ ਯਾਰ ਤੁਹਾਡੇ, ਯੂ ਆਰ ਨੋਬਡੀ ਟੂ ਆਸਕ ਮੀ। ਮੈਂ ਐਂਕਰ ਸਾਹਿਬ ਦੇ ਸਵਾਲ ਦਾ ਜਵਾਬ ਠੀਕ ਹੈ ਸੁਖਦੇਵ ਜੀ, ਬੋਲੋ ਸੁਖਦੇਵ ਜੀ। ਠੀਕ ਹੈ ਨਾ, ਤੁਸੀਂ ਆਪਣੀ ਗੱਲ ਕਹੀ, ਮੈਂ ਆਪਣੀ ਗੱਲ ਕਹਿਣੀ ਹੈ। ਹਾਂਜੀ, ਸਾਨੂੰ ਬੋਲਣ ਦਾ ਅਧਿਕਾਰ ਹੈ, ਸਾਨੂੰ ਨਹੀਂ ਹੈ। ਤੁਸੀਂ ਹੁਣ ਜੇ ਨਹੀਂ ਚੱਲਣ ਦੇਣੀ ਚਾਹੁੰਦੇ, ਰਹਿਣ ਦਿਓ। ਚਲੋ ਕੋਈ ਨਹੀਂ ਸੁਖਦੇਵ ਜੀ ਜਵਾਬ ਦਿਓ। ਤੁਹਾਡੇ ਕੋਲ ਜਵਾਬ ਹੈ ਹੀ ਨਹੀਂ ਕੋਈ, ਤਾਂ ਤੁਸੀਂ ਇਹ ਤੋਂ ਕਰਦੇ ਹੋ। ਇੱਕ ਮਿੰਟ, ਜਿਹੜਾ ਸਵਾਲ ਆਪਾਂ ਸਵਾਲ ਤੇ ਰਹੀਏ। ਬੋਲੋ ਭਰਾ, ਮੈਂ ਕਿਉਂ ਕਿਹਾ? ਹਾਂ ਠੀਕ ਹੈ, ਆਪਾਂ ਸਵਾਲ ਤੇ ਰਹੀਏ। ਸੁਖਦੇਵ ਸਿੰਘ ਸਵਾਲ ਸਿੱਧਾ ਸਾਫ਼ ਸਟੀਕ ਸਵਾਲ ਇਹ ਹੈ ਕਿ ਇਹ ਜਿਹੜਾ ਮਤਾ ਪਾਸ ਕੀਤਾ ਗਿਆ, ਇੱਕ ਮਿੰਟ ਸਵਾਲ ਦੁਬਾਰਾ ਸੁਣ ਲਓ। ਮਤਾ ਪਾਸ ਕੀਤਾ ਗਿਆ, ਇਹ ਉਹਨਾਂ 6 ਧਿਰਾਂ ਦੇ ਖਿਲਾਫ ਵੀ ਹੈ ਜਿਨ੍ਹਾਂ ਦਾ ਨਾਮ ਇਸ ਸੀਏ ਦੇ ਬਿੱਲ ਦੇ ਵਿੱਚ, ਐਕਟ ਦੇ ਵਿੱਚ ਸ਼ਾਮਲ ਕੀਤਾ ਗਿਆ। ਬਿਲਕੁਲ ਕਿਸੇ ਦੇ ਖਿਲਾਫ ਨਹੀਂ ਹੈ। ਇਹ ਮਤਾ ਅਸੀਂ ਦੇਖੋ ਸੰਵਿਧਾਨ ਨੂੰ ਬਚਾਉਣ ਵਾਸਤੇ ਕੀਤਾ ਵੀ ਜਦੋਂ ਸੰਵਿਧਾਨ ਦੇ ਵਿੱਚ ਲਿਖਿਆ ਗਿਆ ਵੀ ਅਸੀਂ ਕੋਈ ਵੀ ਕਾਨੂੰਨ ਜਾਤ ਦੇ ਧਰਮ ਦੇ ਆਧਾਰ ਤੇ ਨਹੀਂ ਬਣਾਉਣਾ, ਉਸ ਵਾਸਤੇ ਜਿਹੜਾ ਹੈਗਾ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ। ਅਸੀਂ ਉਹਨਾਂ ਦੇ ਬਿਲਕੁਲ ਨਾਲ ਸਹਿਮਤ ਹਾਂ ਜਿਹੜੇ ਇੱਥੇ ਉਤੋਂ ਪ੍ਰੋਸੀਕਿਊਟ ਹੋ ਕੇ ਆਏ ਨੇ, ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ। ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ, ਪਰ ਅਸੀਂ ਕਹਿਣਾ ਵੀ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਵੀ ਨਹੀਂ ਹੋਣੀ ਚਾਹੀਦੀ। ਔਰ ਦੂਜੀ ਗੱਲ, ਜਦੋਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਜੇ ਤੁਸੀਂ ਸੰਵਿਧਾਨ ਦੇ ਪਹਿਲੀਆਂ 10 ਧਾਰਾਵਾਂ ਪੜ੍ਹੋ, ਉਹਦੇ ਵਿੱਚ ਥਾਂ ਤੇ ਲਿਖਿਆ ਗਿਆ ਵੀ ਕੋਈ ਵੀ ਕਾਨੂੰਨ ਅਸੀਂ ਧਰਮ ਦੇ ਆਧਾਰ ਤੇ ਨਹੀਂ ਬਣਾਉਣਾ, ਔਰ ਇਹ ਜਿਹੜਾ ਹੈਗਾ ਅਸੀਂ ਧਰਮ ਦੇ ਨਾਂ ਤੇ ਬਣਾਇਆ ਗਿਆ। ਔਰ ਦੂਜੀ ਗੱਲ, ਜੇ ਅਸੀਂ ਇੰਨੇ ਹੀ ਅਸੀਂ ਲੋਕਾਂ ਦੇ ਹਤੈਸ਼ੀ ਹਾਂ ਤਾਂ ਸ਼੍ਰੀਲੰਕਾ ਦੇ ਵਿੱਚੋਂ ਤਾਮਿਲ ਵਿਚਾਰੇ ਆ ਕੇ ਕੀ ਉਹ ਰਿਫਿਊਜੀ ਬਣ ਕੇ ਤਾਮਿਲਨਾਡੂ 'ਚ ਨਹੀਂ ਰਹਿ ਰਹੇ? ਅਸੀਂ ਉਹਨਾਂ ਵਾਸਤੇ ਕਿਉਂ ਨਹੀਂ ਇਹ ਸੋਚਦੇ? ਉਹ ਉੱਥੋਂ ਵੀ ਪ੍ਰੋਸੀਕਿਊਟ ਹੋ ਕੇ ਆਏ ਨੇ, ਆਪਣਾ ਸ਼੍ਰੀਲੰਕਾ 'ਚੋਂ। ਮਾਇਨਾਮਾਰ ਹੈ ਸਾਡੇ ਨਾਲ ਕੰਟਰੀ, ਉੱਥੋਂ ਕੀ ਮੁਸਲਮਾਨ ਹੋ ਕੇ ਨਹੀਂ ਆਏ? ਇਸ ਕਰਕੇ ਇਹ ਗੱਲ ਅਸੀਂ ਇਦਾਂ ਕਹੀਏ, ਪਰ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਇਹ 'ਚ ਮੁਸਲਿਮ, ਜਿਵੇਂ ਅਕਾਲੀ ਦਲ ਕਹਿੰਦਾ ਮੁਸਲਿਮ ਸ਼ਬਦ ਪਾਓ, ਦੂਜਾ ਪਾਓ, ਤੀਜਾ ਪਾਓ, ਨਹੀਂ। ਧਰਮ ਦੇ ਆਧਾਰ ਤੇ ਨਾ ਪਾਓ, ਸਾਰਿਆਂ ਵਾਸਤੇ ਇਹ ਕਾਨੂੰਨ ਹੋਣਾ ਚਾਹੀਦਾ। ਔਰ ਅਸੀਂ ਇਹ ਗੱਲ ਦੇ ਨਾਲ ਬਿਲਕੁਲ ਵਿਰੋਧ ਕਰਾਂਗੇ ਵੀ ਜਦੋਂ ਤੁਸੀਂ ਇਹਨੂੰ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਆਪਦੇ ਰਾਜਨੀਤਿਕ ਹਿੱਤ ਪੂਰਨ ਵਾਸਤੇ ਕਰੋਗੇ, ਉਸ ਟਾਈਮ ਤੇ ਅਸੀਂ ਬਿਲਕੁਲ ਇਸ ਦਾ ਵਿਰੋਧ ਕਰਾਂਗੇ। ਠੀਕ ਹੈ ਜਵਾਬ ਦੇ ਦੇ ਇੱਕ ਮਿੰਟ ਦਾ। ਧਰਮ ਦੇ ਨਾਂ ਤੇ ਵੰਡੀਆਂ ਤੁਸੀਂ ਪਾਈਆਂ ਕਾਂਗਰਸ ਵਾਲਿਓ, ਦੇਸ਼ ਨੂੰ ਵੰਡਿਆ ਤੁਸੀਂ ਸੀਗਾ।
ਪਾਕਿਸਤਾਨ ਅੱਡ ਤੁਸੀਂ ਬਣਵਾਇਆ ਸੀਗਾ। ਨਹਿਰੂ ਜੀ ਨੇ ਲਾਲਚ ਦੇ ਖਾਤਰ ਆਪਣੀ ਕੁਰਸੀ ਬਚਾਉਣ ਲਈ ਇੱਕ ਵੱਖਰਾ ਦੇਸ਼ ਬਣਾਤਾ, ਇਸਲਾਮਿਕ ਕੰਟਰੀ ਬਣਾਤਾ। ਇਹ ਤੁਸੀਂ ਇਹਦੇ ਦੋਸ਼ੀ ਹੋ। ਨਾਲੇ 1984 ਨਾ ਭੁੱਲਿਆ ਕਰੋ ਜਦੋਂ ਆ ਗੱਲਾਂ ਕਰਦੇ ਹੋ ਧਰਮ ਦੇ ਆਧਾਰ ਦੇ ਉੱਤੇ ਕੀ ਕੀਤਾ ਕੀ ਨਹੀਂ ਕੀਤਾ। ਕਾਂਗਰਸ ਆ ਜਿਹੜੇ ਧਰਮ ਦੇ ਆਧਾਰ ਦੇ ਉੱਤੇ ਦੇਸ਼ ਦਾ ਵਾਰ-ਵਾਰ ਨੁਕਸਾਨ ਕੀਤਾ ਹੈ, ਇਹ ਤੁਹਾਡੀ ਪਾਰਟੀ ਹੈ। ਮੁੱਦੇ ਤੇ ਰਹੀਏ। 1 ਮਿੰਟ ਆ ਗਿਆ, ਮੈਂ 1 ਮਿੰਟ ਆਇਆ। ਮੈਂ ਇੱਕ ਸਵਾਲ ਜਿਹੜਾ ਸੁਖਦੇਵ ਸਿੰਘ ਇੱਕ ਸਵਾਲ ਮੈਂ ਹੁਣ ਇਸ ਗੱਲ ਦਾ ਜਵਾਬ ਦੇ ਰਿਹਾ। 1 ਮਿੰਟ ਅੱਛਾ ਚਲੋ ਦੇ ਦਿਓ। ਤੁਸੀਂ ਐਦਾਂ ਨਾ ਡਿਬੇਟ ਚਲਾਓ, ਐਦਾਂ ਨਾ ਡਿਬੇਟ ਚਲਾਓ। ਮੈਂ ਕਹਿੰਦਾ ਇਹ ਜਿਹੜੀ ਗੱਲ ਕਰਦੇ ਆ ਨਾ 1904 ਚ ਹਿੰਦੂ ਮਹਾਸਭਾ ਜਿਹਦੇ ਸਾਬਰਕਰ ਉਹਨੀ ਲੀਡਰ ਸੀ, 1984 ਦੀ ਤਾਂ ਗੱਲ ਕਰ ਲਓ ਪਹਿਲਾਂ ਕਾਂਗਰਸ ਵਾਲਿਓ। ਦੂਜੀ ਗੱਲ ਇਹ 2002 ਵੀ ਨਾ ਬੋਲਣ ਗੋਦ ਤੁਸੀਂ 2002 84 ਦਾ ਤੋਂ ਪਹਿਲਾਂ ਕੀ ਕੀਤਾ? ਹੁਣ ਤੁਸੀਂ 1947 ਚ ਕੀ ਕੀਤਾ? ਲੱਖਾਂ ਲੋਕ ਮਰਵਾਤੇ ਤੁਸੀਂ ਆਪਣੇ ਲਾਲਚ ਕਰਕੇ। ਲੱਖਾਂ ਲੋਕ ਮਰਵਾਏ ਨੇ ਤੁਸੀਂ ਸਿਰਫ ਆਪਣੇ ਲਾਲਚ ਕਰਕੇ। ਤੁਸੀਂ ਗੁਜਰਾਤ ਦਾ ਤਤਵਾ ਤੁਸੀਂ ਲੱਖਾਂ ਲੋਕ 1947 ਚ ਮਰਵਾਏ ਨੇ। ਚਲੋ ਇੱਕ ਕਰਕੇ ਲੈ ਲਈਏ। 1 ਮਿੰਟ ਢਿੱਲੋਂ ਸਾਹਿਬ ਆਪਾਂ ਸਾਡੇ ਨਾਲ ਸਹਿਮਤ ਹੋ ਜਾਓ, ਅਸੀਂ ਸਾਰਾ ਰਲਾ ਲੈਨੇ ਆ। ਅੱਜ ਪਾਕਿਸਤਾਨ ਨੂੰ ਰਲਾ ਲਓ ਵਾਪਸ ਹਿੰਦੁਸਤਾਨ ਦੇ ਵਿੱਚ। ਕੀ ਸਹਿਮਤੀ ਦਿੰਦੇ ਹੋ? ਇੱਕ ਮਿੰਟ ਦਿੰਦੇ ਹੋ ਸਹਿਮਤੀ? ਕਰੋ ਗੱਲ। ਇੱਕ ਕਰਕੇ 1 ਮਿੰਟ ਆਇਆ ਸੁਖਦੇਵ ਸਿੰਘ ਆਇਆ ਜੀ। ਢਿੱਲੋਂ ਸਾਹਿਬ 1 ਮਿੰਟ। ਸਵਾਏ ਚੀਕਣ ਤੋਂ ਤੁਹਾਡੇ ਕੋਲੇ ਕੁਝ ਨਹੀਂ ਹੈਗਾ। ਚਲੋ ਇੱਕ ਚਿਟਾਰਾ ਮਾਰ ਸਕਦੇ ਹੋ, ਨਥਿੰਗ ਐਲਸ। ਇੱਕ ਮਿੰਟ ਇੱਕ ਕਰਕੇ ਮੈਂ ਆਨਾ। 1 ਮਿੰਟ ਆਇਆ ਸੁਖਦੇਵ ਸਿੰਘ ਜੀ। ਦੀਪਾ ਸਾਹਿਬ ਇੱਕ ਗੱਲ ਲੱਗਦਾ ਨਹੀਂ ਹੈ ਕਿ ਹਰ ਕਾਨੂੰਨ ਦਾ ਜਾਂ ਹਰ ਪੱਖ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਉਹਦੇ ਫਾਇਦੇ ਤੇ ਨੁਕਸਾਨ ਵੀ ਹਰ ਸਿਆਸੀ ਪਾਰਟੀ ਦੇਖਦੀ ਹੈ। ਜਿੰਨਾ ਮਰਜ਼ੀ ਅਸੀਂ ਕਹਿ ਦਈਏ ਕਿ ਤਨਦੇਹੀ ਨਾਲ ਅਸੀਂ ਕੰਮ ਕਰਦੇ ਹਾਂ। ਹੁਣ ਇਸ ਮੁੱਦੇ ਤੇ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਇਹਦਾ ਸਮਰਥਨ ਕਰ ਰਿਹਾ ਕਿਉਂਕਿ ਉਹ ਬੀਜੇਪੀ ਦੇ ਨਾਲ ਅਲਾਇੰਸ ਹੈਗਾ, ਪਰ ਇਸ ਦਾ ਨੁਕਸਾਨ ਅਕਾਲੀ ਦਲ ਨੂੰ ਹੋਵੇਗਾ ਕਿਉਂਕਿ ਅਕਾਲੀ ਦਲ ਉਹ ਪਾਰਟੀ ਸੀ ਜਿਹੜੀ ਸ਼ੁਰੂ ਤੋਂ ਕਹਿੰਦੀ ਹੈ ਕਿ ਸਾਰਿਆਂ ਦਾ ਅਸੀਂ ਸਾਥ ਚਾਹੁੰਦੇ ਹਾਂ, ਸਾਰਿਆਂ ਦਾ ਅਸੀਂ ਵਿਕਾਸ ਚਾਹੁੰਦੇ ਹਾਂ, ਪਰ ਤੁਸੀਂ ਇਹਦੇ ਵਿੱਚ ਇੱਕ ਧਿਰ ਨੂੰ ਛੱਡ ਰਹੇ ਹੋ। ਦੂਜੀ ਗੱਲ ਇਹ ਹੈ ਕਿ ਇਸ ਵਿਧਾਨ ਸਭਾ ਦੇ ਵਿੱਚ ਹੁਣ ਜਿਹੜਾ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਗਿਆ ਕਿ ਅਕਾਲੀ ਦਲ ਇਸ ਦੇ ਅਗੇਂਸਟ ਖੜਾ ਹੋਇਆ ਜਦਕਿ ਬਾਕੀ ਸਾਰੀਆਂ ਧਿਰਾਂ ਨੇ ਜਿਹੜੀਆਂ ਉਹ ਹੱਕ ਦੇ ਵਿੱਚ ਸੀਗੀਆਂ। ਇਹ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਦਨਾਮੀ ਵੱਲ ਜ਼ਿਆਦਾ ਇਹ ਜਾਊਗੀ ਗੱਲ? ਦੇਖੋ ਹਰਪ੍ਰੀਤ ਜੀ, ਤੁਸੀਂ ਉਹ ਦੇਖੋ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਨੇ ਪੋਜ਼ਿਟਿਵ ਉੱਥੇ ਆਪਦੀ ਅਮੈਂਡਮੈਂਟ ਲਿਆਂਦੀ ਹੈ ਕਿ ਇਹ ਕਾਨੂੰਨ ਆਪਾਂ ਇਹਨੂੰ ਐਸੇ ਤਰ੍ਹਾਂ ਹੀ ਸੈਂਟਰ ਨੂੰ ਮੋੜਦੇ ਆ ਕਿ ਇਹਦੇ ਵਿੱਚ ਅਮੈਂਡਮੈਂਟ ਕਰ ਲਓ। ਇਹ ਸਾਰਿਆਂ ਨੂੰ ਲਿਆ ਨਾਲ ਮੁਸਲਮਾਨਾਂ ਦਾ ਲੈ ਕੇ ਇਹ ਹੁੰਦਾ ਪੋਜ਼ਿਟਿਵ। ਪਰ ਕੈਪਟਨ ਅਮਰਿੰਦਰ ਸਿੰਘ ਕਿਉਂਕਿ ਉੱਤੋਂ ਹਾਈ ਕਮਾਂਡ ਦਾ ਆਰਡਰ ਸੀਗਾ ਕਿ ਇੱਕ ਮਸੇ ਹੀ ਮੁੱਦਾ ਮਿਲਿਆ ਯੂਪੀਏ ਨੂੰ ਔਰ ਕਾਂਗਰਸ ਪਾਰਟੀ ਨੂੰ ਪਿਛਲੇ 5.5 ਸਾਲਾਂ 'ਚ ਐਨਡੀਏ ਸਰਕਾਰ ਦੇ ਖਿਲਾਫ ਕੋਈ ਮੁੱਦਾ ਨਹੀਂ ਮਿਲਿਆ। ਦੁਆਰਾ ਸਰਕਾਰ ਬਣ ਗਈ ਔਰ ਵੱਧ ਸੀਟਾਂ ਲੈ ਕੇ ਸਰਕਾਰ ਬਣੀ ਹੈ। ਇੱਕ ਮੁੱਦਾ ਮਿਲਿਆ ਕਿ ਉਹਨੂੰ ਹੁਣ ਕਿਸ ਤਰ੍ਹਾਂ ਫੈਲਾਣਾ ਹੈ, ਕਿਸ ਤਰ੍ਹਾਂ ਇੱਕ ਮਾਈਨੋਰਟੀਜ਼ ਜਿਹੜੀ ਚਲੋ ਇੱਕ ਆਪਣੀ ਵੋਟ ਬੈਂਕ ਦੇ ਖਾਤਰ ਉਸਨੂੰ ਕਿਵੇਂ ਐਕਸਪਲੋਇਟ ਕਰਨਾ, ਕਿਵੇਂ ਦੱਸਣਾ ਹੈ। ਲਾਈਨਾਂ 'ਚ ਖੜਨਾ ਪਊਗਾ, ਤੁਹਾਨੂੰ ਜਨਮ ਤਿਥੀ ਲਿਆਣੀ ਪਊ, ਜਿੰਦੇ ਕੋਲ ਨਾ ਕੋਈ ਸਰਟੀਫਿਕੇਟ ਹੋਇਆ ਉਹਨੂੰ ਦੇਸ਼ ਦਾ ਨਾਗਰਿਕ ਨਾ ਹੋਊਗਾ। ਉਹਨਾਂ 'ਚ ਇੱਕ ਡਰ ਭੈ ਪੈਦਾ ਕਰਕੇ ਕਿਸੇ ਤਰ੍ਹਾਂ ਦੀਆਂ ਇਹ ਗਲਤਫਹਿਮੀਆਂ ਹੋਣ ਲੱਗੇ, ਸੜਕਾਂ ਤੇ ਲਿਆ ਕੇ ਸਿਰਫ ਆਪਦੀ ਰਾਜਨੀਤਿਕ ਰੋਟੀਆਂ ਸੇਕ ਰਹੇ ਆ। ਉਹਦੇ ਵਿੱਚ ਦੇਖੋ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਹੈ ਬਿਲਕੁਲ ਸੈਕੂਲਰ ਪਾਰਟੀ ਹੈ, ਸੈਕੂਲਰ ਸਾਡੀ ਜਮਾਤ ਹੈ, ਸਾਰੇ ਧਰਮਾਂ ਦਾ ਅਸੀਂ ਕਰਦੇ ਹਾਂ। ਔਰ ਅਮਨ ਅਮਾਨ ਲਈ ਜਿੰਨੀ ਵੀ ਸ਼ਹਾਦਤ, ਜਿੰਨਾ ਵੀ ਤੁਰਾ ਪੁਰਾਣਾ ਇਤਿਹਾਸ ਦੇਖ ਲਓ, ਸ਼੍ਰੋਮਣੀ ਅਕਾਲੀ ਦਲ ਦਾ ਬਿਲਕੁਲ ਪੰਜਾਬੀ ਏਕੇ ਲਈ, ਅਮਨ ਅਮਾਨ ਲਈ ਅਸੀਂ ਖੜੇ ਹਾਂ। ਔਰ ਅਸੀਂ ਸੈਕੂਲਰ ਸਾਰੇ ਧਰਮਾਂ ਦਾ ਜੋ ਵੀ ਹੈ, ਪਰ ਯੈਸ ਮਾਈਨੋਰਟੀਜ਼ ਜਿੱਥੇ ਹੈਗੀਆਂ ਉਹਨਾਂ ਦਾ ਵੱਧ ਅਧਿਕਾਰ ਬਣਦਾ ਹੈ, ਉਹਨਾਂ ਨੂੰ ਬਣਨਾ ਚਾਹੀਦਾ। ਇਸ ਵਾਸਤੇ ਅਸੀਂ ਕਿਹਾ ਕਿ ਜੋ ਫਾਇਦਾ ਇਸ ਕਾਨੂੰਨ ਦੇ ਮੁਤਾਬਕ ਹੋ ਰਿਹਾ ਤਾਂ ਕਿ ਜਿਹੜੇ ਇੰਨੇ ਸਾਲਾਂ ਤੋਂ ਸਾਡੇ ਮਾਈਨੋਰਟੀਜ਼ ਉਡੀਕ ਕਰ ਰਹੀਆਂ ਕਿ ਅਸੀਂ ਵੀ ਇੱਥੋਂ ਦੇ ਸਿਟੀਜ਼ਨ ਬਣੀਏ, ਸਾਨੂੰ ਵੀ ਸਹੂਲਤਾਂ ਮਿਲਣ, ਉਹਨਾਂ ਨੂੰ ਦੇ ਕੇ, ਪਰ ਨਾਲ ਮੁਸਲਮਾਨ ਬੰਨੀ ਉਂਗਲੀ ਨਹੀਂ ਉਠਾਣੀ ਚਾਹੀਦੀ। ਅਸੀਂ ਅੱਜ ਵੀ ਕਹਿੰਦੇ ਹਾਂ ਉਹਨਾਂ ਨੂੰ ਬਿਲਕੁਲ ਨਹੀਂ ਕਰਨਾ ਚਾਹੀਦਾ, ਪਰ ਅਸੀਂ ਦੇਸ਼ ਨੂੰ ਧਰਮਸ਼ਾਲਾ ਵੀ ਨਾ ਬਣਾਈਏ ਤਾਂ ਕਿ ਇਸ ਦੇਸ਼ 'ਚ ਪਤਾ ਹੀ ਨਹੀਂ ਕਿ ਕਿਹੜਾ ਆ ਰਿਹਾ, ਕਿਹੜਾ ਜਾ ਰਿਹਾ ਔਰ ਕਿਹੜਾ ਸਾਡਾ ਨੁਕਸਾਨ ਕਰ ਰਿਹਾ, ਕਿਹੜਾ ਸਾਡਾ ਦੋਸਤ ਹੈ, ਕਿਹੜਾ ਦੁਸ਼ਮਣ ਹੈ। ਕੁਛ ਨਾ ਕੁਛ ਤਾਂ ਹੋਣਾ ਚਾਹੀਦਾ। ਕੀ ਉੱਥੇ ਚਲੋ ਇੱਕ ਮਿੰਟ ਮੈਂ ਇੱਕ ਗੱਲ ਇਕਬਾਲ ਸਿੰਘ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਜਿਹੜੀ ਗੱਲ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਤਾਂ ਸੋਧ ਬਿੱਲ ਲੈ ਕੇ ਆਏ ਸੀ, ਸਾਡਾ ਸਵਾਲ ਵੱਡਾ ਸਵਾਲ ਜਾਂ ਸਾਡਾ ਇਤਰਾਜ਼ ਇਹੀ ਹੈ ਕਿ ਮੁਸਲਿਮ ਭਾਈਚਾਰੇ ਨੂੰ ਇਹਦੇ ਤੋਂ ਬਾਹਰ ਕਿਉਂ ਰੱਖਿਆ ਗਿਆ, ਜਦੋਂ ਇੱਕ ਸੋਧ ਬਿੱਲ ਲਿਆਂਦਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਜਿਹੜਾ ਸੋਧ ਮਤਾ ਪਾਸ ਕੀਤਾ ਜਾਵੇ ਜਿਹਦੇ 'ਚ ਅਸੀਂ ਇਹ ਕਹਿ ਰਹੇ ਹਾਂ ਕਿ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ। ਉਸ ਸੋਧ ਮਤੇ ਨੂੰ ਤਾਂ ਪਾਸ ਕੀਤਾ ਨਹੀਂਗਾ, ਉਸ ਮਤੇ ਨੂੰ ਜ਼ਰੂਰ ਪਾਸ ਕਰ ਦਿੱਤਾ ਗਿਆ ਜਿਹੜਾ ਸੀਏ ਦੇ ਖਿਲਾਫ ਸੀਗਾ। ਜਦੋਂ ਕੋਈ ਇਤਰਾਜ਼ ਸੀਗਾ ਉਸ ਇਤਰਾਜ਼ ਦੇ ਪ੍ਰਤੀ ਇੱਕ ਸੋਧ ਮਤਾ ਲਿਆਂਦਾ ਗਿਆ, ਤੁਹਾਨੂੰ ਨਹੀਂ ਲੱਗਦਾ ਕਿ ਸੋਧ ਮਤਾ ਪਾਸ ਹੋਣਾ ਚਾਹੀਦਾ ਸੀਗਾ ਵਿਰੋਧ ਮਤੇ ਦੀ ਜਗ੍ਹਾ? ਨਹੀਂ ਜ਼ਰੂਰ, ਜੇ ਕੋਈ ਪ੍ਰਾਈਵੇਟ ਬੰਦਾ ਹੈ ਹੀ ਹੈ ਨਾ, ਜਿਹੜਾ ਵਿਰੋਧ ਕੀ ਹੈ ਸਾਡਾ ਵਿਰੋਧ ਸਾਡਾ ਇਹੀ ਹੈ ਕਿ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ। ਜਦੋਂ ਅਸੀਂ ਇੱਕ ਸੋਧ ਮਤਾ ਲੈ ਕੇ ਆਏ, ਸੋਧ ਮਤੇ ਦੇ ਵਿੱਚ ਸ਼ਾਮਲ ਕੀਤਾ ਗਿਆ ਕਿ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਵੇ, ਇਹ ਸੋਧ ਮਤਾ ਅਸੀਂ ਲੈ ਕੇ ਆਏ ਹਾਂ, ਪਰ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਦੇਖੋ ਉਹੀ ਤਾਂ ਗੱਲ ਹੈ, ਅਕਾਲੀ ਦਲ ਦੀ ਜਿਹੜੀ ਸਥਿਤੀ ਹੈ ਨਾ ਬੜੀ ਹਾਸੋਹੀਣੀ ਬਣੀ ਹੋਈ।
ਹੁਣ ਸੈਂਟਰ 'ਚ ਤੁਸੀਂ ਵੋਟ ਕਰਦੇ ਆ, ਇੱਥੇ ਸੋਧ ਮਤਾ ਲੈ ਕੇ ਆਉਂਦੇ। ਮੈਨੂੰ ਆਪਣੀ ਇਹ ਸਥਿਤੀ ਆਪ ਸਪਸ਼ਟ ਕਰਨ ਨਾ ਵੀ ਤੁਸੀਂ ਖੜੇ ਕਿੱਥੇ ਆ। ਉੱਥੇ ਵੀ ਵੋਟ ਉੱਥੇ ਵੀ ਪਾਉਂਦੇ ਜ਼ਿਕਰ ਹੱਕ 'ਚ, ਕੀਤਾ ਇੱਥੇ ਵਿਰੋਧ 'ਚ, ਉੱਥੇ ਵੀ ਕਿਹਾ, ਅਮੈਂਡਮੈਂਟ 'ਚ ਮਤੇ ਲੈ ਕੇ ਆਉਂਦੇ। ਇਸ ਕਰਕੇ ਨਹੀਂ ਸ਼ਾਇਦ ਸਪੀਕਰ ਨੇ ਮੰਨੀ ਹੋਣੀ ਉਹ ਚੀਜ਼। ਇਸ ਕਰਕੇ ਇਹ ਪੋਲਿਟਿਕਸ ਨਾ ਖੇਡੋ, ਤੁਸੀਂ ਕਲੀਅਰ ਹੋ ਆਪਣੇ ਦਿਮਾਗ ਤੋਂ। ਹੁਣ ਤੁਸੀਂ ਦੱਸੋ ਮੈਨੂੰ, ਜਿਹੜਾ ਸੀਏ ਹੈ ਐਨਆਰਸੀ ਦਾ ਪਾਰਟ ਹੈ, ਇਹਨੂੰ ਸੀਏ ਨਾ ਸਮਝੋ। ਅਸਾਮ 'ਚ 3 ਸਾਲ ਲੱਗੇ ਸੀ, 50,000 ਵਰਕਰ ਲੱਗੇ ਸੀਗੇ ਉੱਥੇ, 19 ਲੱਖ ਜਿਹੜੇ ਬੰਦੇ ਬਾਹਰ ਕੱਢੇ ਸੀਗੇ। ਹੁਣ 130 ਕਰੋੜ ਦੀ ਜਨਤਾ ਨੂੰ ਤੁਸੀਂ ਛਾਂਟੋਗੇ ਬੀਜੇਪੀ ਦੇ ਅਕੋਰਡਿੰਗ ਵੀ 3 ਕਰੋੜ 3 ਕਰੋੜ 1 ਮਿੰਟ ਯਾਰ, ਗੱਲ ਤੁਸੀਂ ਢਿੱਲੋਂ ਸਾਹਿਬ ਦੂਜੇ ਨੂੰ ਵੀ ਟਾਈਮ ਦੇ ਸਕਦੇ। ਨਹੀਂ ਯਾਰ ਇਹ ਇਦਾਂ ਨਹੀਂ ਡਿਬੇਟ। ਹਾਂਜੀ ਹਾਂਜੀ ਬੋਲੋ ਇਕਬਾਲ ਜੀ। 3 ਕਰੋੜ ਬੀਜੇਪੀ ਦਾ ਕਹਿਣਾ ਵੀ 3 ਕਰੋੜ ਘੂਸ ਬੈਠੀਏ ਰਹਿੰਦੇ। 3 ਕਰੋੜ ਦਾ ਮਤਲਬ ਪੰਜਾਬ ਦੀ ਆਬਾਦੀ ਦੇ ਬਰਾਬਰ। ਪੰਜਾਬ ਦੀ ਆਬਾਦੀ ਦੇ ਬਰਾਬਰ ਸਾਂਭਣ ਵਾਸਤੇ ਕਿੱਡਾ ਵੱਡਾ ਬਜਟ ਲੱਗੂਗਾ, ਤੁਹਾਨੂੰ ਇਹਦਾ ਅੰਦਾਜ਼ਾ ਹੈ? ਤੁਸੀਂ ਕਿਹੜੇ ਚੱਕਰਾਂ 'ਚ ਪੈ ਗਏ? ਦੇਸ਼ ਸਾਡਾ ਡੁੱਬ ਰਿਹਾ, ਤੁਸੀਂ ਕਿਹੜੇ ਚੱਕਰਾਂ 'ਚ? ਫਿਰ ਤੁਸੀਂ ਦੇਖੋ ਹੁਣ ਕਾਗਜ਼ ਇਕੱਠੇ ਕਰੋ ਜੀ, ਨਾ ਤੁਹਾਡਾ ਆਧਾਰ ਕਾਰਡ ਚੱਲੂਗਾ ਨਾ ਵੋਟਰ ਕਾਰਡ ਚੱਲੂਗਾ। ਸਾਰੇ ਲੋਕ ਹੁਣ ਆਪਣੇ ਕੰਮਕਾਰ ਛੱਡ ਕੇ ਹੁਣ ਕਾਗਜ਼ ਲੱਭਣ ਪਰ ਲੱਭਣ, ਉਹ ਵੀ 71 ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦੇ। ਐਵੇਂ ਡਰਾਉਂਦੇ ਆ ਇਹ ਘੁਸਪੈਠੀਆਂ ਨੂੰ ਫੜੋਗੇ, ਆ ਡਰ ਪੈਦਾ ਕਰ ਰਹੇ ਹੋ ਤੁਸੀਂ, ਹੋਰ ਕੁਝ ਨਹੀਂ। ਘੁਸਪੈਠੀਆਂ ਨੂੰ ਫੜਨ ਵਾਸਤੇ ਤੁਹਾਨੂੰ 130 ਦੀ ਸਕੂਟਨੀ ਕਰਨੀ ਪਊਗੀ। 130 ਕਰੋੜ ਜਨਤਾ ਦੀ ਸਕੂਟਨੀ ਕਰਨੀ ਪਊਗੀ। 130 ਦਿੱਤੀ ਗਈ ਹੈ ਵਿੱਚ। 130 ਕਰੋੜ ਜਨਤਾ ਦੀ ਸਕੂਟਨੀ ਕਰਨੀ ਪਊਗੀ। ਕਿਉਂ ਝੂਠ ਬੋਲੀ ਜਾਂਦੇ ਹੋ ਯਾਰ ਇਕਬਾਲ ਸਿੰਘ ਜੀ? ਲੱਭੋਗੇ ਕਿਵੇਂ ਯਾਰ? ਕਿਉਂ ਝੂਠ ਬੋਲੀ ਜਾਂਦੇ? ਨਹੀਂ ਹੋਈ ਨਹੀਂ, ਉਹਦੇ ਤੋਂ ਡਰਾ ਰਹੇ ਹੋ ਤੁਸੀਂ। ਦੇਖੋ ਜੇ ਤੁਸੀਂ ਘੱਟ ਗਿਣਤੀਆਂ ਨੂੰ ਕਹਿ ਰਹੇ ਨਾ, ਉਹਨਾਂ ਨੂੰ ਦੇਣਾ ਸੀਗਾ 1955 ਚ 5ਵੀਂ ਧਾਰਾ ਦੰਦੀ ਹੈ, ਤੁਸੀਂ ਦੇ ਦਿੰਦੇ ਉਹਨਾਂ ਨੂੰ। ਉਹ ਅਲਾਉ ਕਰਦੀ ਹੈ ਤੁਹਾਨੂੰ, ਸੀਆਈ ਦੀ ਲੋੜ ਹੀ ਨਹੀਂ ਸੀ, ਉਹ ਅਲਾਉ ਕਰਦੀ ਹੈ, ਤੁਸੀਂ ਦੇ ਦਿਓ ਉਹਨਾਂ ਨੂੰ। ਠੀਕ ਹੈ। 1955 ਵਾਲੇ ਹੋ ਗਏ ਨੇ। 1955 ਦੀ ਧਾਰਾ 5 ਕਹਿੰਦੀ ਹੈ ਤੁਸੀਂ ਦੇ ਸਕਦੇ ਹੋ। ਅੱਜ ਕਰਨਾਲ ਜਾ ਕੇ ਵੇਖੋ ਨਹੀਂ, ਜਿਹੜੇ ਉਹਦੇ ਚ ਅਮੈਂਡਮੈਂਟ ਦੀ ਕੋਈ ਲੋੜ ਨਹੀਂ ਸੀ, ਤੁਸੀਂ ਦੇ ਸਕਦੇ ਸੀ। ਤੁਹਾਨੂੰ ਇਹ ਪਤਾ ਜਿਹੜੀ ਗੱਲ ਦਾ ਫੜਨਾ, ਪਰ ਇਹਦੇ ਵਾਸਤੇ ਬਹੁਤ ਵੱਡੀ ਮੈਨ ਪਾਵਰ ਚਾਹੀਦੀ, ਬਹੁਤ ਵੱਡਾ ਬਜਟ ਚਾਹੀਦਾ। ਸਾਡਾ ਦੇਸ਼ ਇਹਦਾ ਅਲਾਉ ਨਹੀਂ ਕਰਦਾ ਹੈ। ਜਿਹੜੀ ਗੱਲ ਵਜਨ ਨਹੀਂ ਚੱਲ ਸਕਦਾ। ਚੀਜ਼ਾਂ ਤੇ ਵਿਚਾਰੀਆਂ ਨਹੀਂ ਤੁਸੀਂ। ਇੱਕ ਮਿੰਟ ਮੈਂ ਇੱਕ ਸਵਾਲ ਜਿਹੜੀ ਗੱਲ ਇਕਬਾਲ ਸਿੰਘ ਜੀ ਕਹਿ ਰਹੇ ਨੇ 1955 ਵਾਲੀ, ਮੈਂ ਇੱਕ ਮਿੰਟ ਕਲੀਅਰ ਕਰਦਾ। ਉਦੋਂ ਜਿੰਨੇ ਵੀ ਪਾਕਿਸਤਾਨ ਤੋਂ ਉੱਜੜ ਕੇ ਵਿਚਾਰੇ ਉੱਠ ਕੇ ਆਏ ਸੀਗੇ, ਅੱਜ ਜਾ ਕੇ ਵੇਖ ਲੈਣ ਕਰਨਾਲ ਵਾਲੀ ਸਾਰੀ ਬੈਲਟ ਜਿੰਨੀ ਹੈ, ਉਹ ਸਾਰੇ ਉੱਥੋਂ ਦੀ ਆ ਕੇ ਬੈਠੇ ਹੋਏ ਨੇ। ਔਰ ਉਹਨਾਂ ਨੂੰ ਫੈਸਿਲਿਟੇਟ ਉਸੇ ਟਾਈਮ ਕਰਤਾ, ਜ਼ਮੀਨਾਂ ਅਲਾਟ ਕਰਨੀਆਂ ਸੀ ਜਾਂ ਉਹਨਾਂ ਨੂੰ ਕੰਮ ਧੰਦੇ ਦੇਣੇ ਸੀ, ਸਾਰਾ ਕੁਝ ਕੀਤਾ ਗਿਆ। ਇਹ ਉਹ ਗੱਲ, ਉਹਦੇ ਨਾਲ ਤੁਸੀਂ ਇਹਨੂੰ ਰਿਲੇਟ ਨਹੀਂ ਕਰ ਸਕਦੇ। ਇਹਨਾਂ ਨੂੰ ਵੀ ਦੇ ਸਕਦੇ ਆ। 1955 ਦੀ ਇੱਕ ਮਿੰਟ ਮੇਰੇ ਵੀਰ, ਪਿਛਲੇ 5 ਧਾਰਾ ਪੜੋ, ਤੁਹਾਨੂੰ ਪਤਾ ਹੀ ਨਹੀਂ ਫਿਰ। ਅਰੇ ਭਾਈ ਸਾਹਿਬ ਮੈਨੂੰ ਸਾਰਾ ਉਹ ਅਲਾਉ ਕਰਦੀ ਹੈ ਤੁਹਾਨੂੰ, ਦੇ ਦੋ ਜਿਹਨੂੰ ਦੇਣੀ ਹੈ। ਮੈਨੂੰ ਤੁਹਾਡੇ ਵਾਂਗੂ ਝੂਠ ਬੋਲਣਾ ਨਹੀਂ ਆਉਂਦਾ, ਪਤਾ ਮੈਨੂੰ ਸਾਰਾ ਕੁਝ। ਮੈਂ ਧਾਰਾ ਤੁਸੀਂ ਲੋਕਾਂ ਨੂੰ ਡਰਾਉਣ ਦਾ ਕੰਮ ਕਰਦੇ ਹੋ। 1955 ਦੀ ਧਾਰਾ 5 ਪੜੋ, ਅਲਾਉ ਕਰਦੀ ਹੈ ਤੁਹਾਨੂੰ, ਦੇ ਦੋ ਜਿਹਨੂੰ ਦੇਣੀ ਹੈ ਸਿਟੀਜ਼ਨਸ਼ਿਪ। ਅਗਲੀ ਗੱਲ ਸੁਣ ਲਓਗੇ ਹੁਣ? ਠੀਕ ਹੈ, ਜੋ ਵੀ ਤੁਹਾਡੀ ਧਾਰਾ 5। ਹਾਂਜੀ ਜਿਹੜੇ ਪਿਛਲੇ 25-30 ਸਾਲਾਂ ਦੇ ਵਿੱਚ ਉੱਜੜ ਕੇ ਉੱਥੋਂ ਆਏ ਨੇ, ਉਹਨਾਂ ਨੂੰ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਉਸੇ ਕਾਨੂੰਨ ਦੇ ਤਹਿਤ ਨਹੀਂ ਰੱਖ ਸਕਦੇ? 1955 ਕਿਉਂ ਨਹੀਂ ਦੇ ਸਕਦੇ? ਦੇ ਸਕਦੇ, ਹੱਦ ਹੋ ਗਈ ਪਹਿਲਾਂ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਕਿਉਂ ਨਹੀਂ ਦੇ ਸਕਦੇ? ਫਿਰ ਤੁਹਾਡੀ ਕਾਂਗਰਸ ਦੀ ਸਰਕਾਰ ਨੇ ਕਿਉਂ ਨਹੀਂ ਦਿੱਤੀ? ਨਹੀਂ ਦਿੱਤੀ, ਉਹ 12 ਸਾਲ ਵਾਲਾ ਕ੍ਰਾਈਟੇਰੀਆ ਨਹੀਂ ਚਲੋ ਹੋਣਾ। ਇੱਕ ਮਿੰਟ ਮੈਂ ਮੈਨੂੰ ਇੱਕ ਮਿੰਟ ਦੇ ਦਿਓ। ਨਹੀਂ 12 ਸਾਲ ਵਾਲਾ ਕ੍ਰਾਈਟੇਰੀਆ ਘਟਾ ਕੇ 5 ਸਾਲ ਕੀਤਾ। ਢਿੱਲੋਂ ਸਾਹਿਬ ਇੱਕ ਸੈਕਿੰਡ, ਢਿੱਲੋਂ ਸਾਹਿਬ ਮੇਰੇ ਉਹੀ ਤਾਂ ਘਟਾ ਕੇ 5 ਸਾਲ ਕੀਤਾ। ਟੈਂਪਰੇਰੀ ਦੇ ਦੋ। ਇਕਬਾਲ ਸਿੰਘ ਜੀ, 12 ਸਾਲ ਆਪਾਂ ਮੁੱਦੇ ਤੇ ਰਹੀਏ, ਆਪਾਂ ਫੈਕਟ ਇੱਕ ਮਿੰਟ ਤੱਥਾਂ ਤੇ ਰਹੀਏ, ਇੱਕ ਮਿੰਟ ਤੱਥਾਂ ਤੇ ਰਹੀਏ। ਇੱਕ ਸਵਾਲ ਸੁਖਦੇਵ ਸਿੰਘ ਹੋਰਾਂ ਤੋਂ ਪੁੱਛਣਾ, ਫਿਰ ਮੈਂ ਵਾਪਸ ਆਣਾ। ਸੁਖਦੇਵ ਸਿੰਘ ਜੀ, ਜਿਹੜੀ ਗੱਲ ਰਜਿੰਦਰ ਦੀਪਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਹਿ ਰਹੇ ਨੇ ਕਿ ਜਿਹੜਾ ਤੁਹਾਡਾ ਇਤਰਾਜ਼ ਹੈ, ਜਦੋਂ ਇਤਰਾਜ਼ ਇੱਕ ਸੋਧ ਮਤੇ ਦੇ ਵਿੱਚ ਲਿਆਂਦਾ ਗਿਆ, ਤੁਸੀਂ ਵੀ ਆਪਣੇ ਸ਼ੁਰੂਆਤੀ ਡਿਬੇਟ ਦੇ ਵਿੱਚ ਕਿਹਾ ਸੀਗਾ ਸਾਨੂੰ ਇਤਰਾਜ਼ ਹੈ ਕਿ ਇੱਕ ਖਾਸ ਧਿਰ ਨੂੰ, ਇੱਕ ਖਾਸ ਧਰਮ ਨੂੰ ਬਾਹਰ ਕਿਉਂ ਰੱਖਿਆ ਗਿਆ। ਜਦੋਂ ਉਹਦਾ ਸੋਧ ਮਤਾ ਲੈ ਕੇ ਆਂਦਾ ਗਿਆ, ਤੁਹਾਨੂੰ ਨਹੀਂ ਲੱਗਦਾ ਕਿ ਵਿਧਾਨ ਸਭਾ ਦੇ ਵਿੱਚ ਸੋਧ ਮਤਾ ਪਾਸ ਹੋਣਾ ਚਾਹੀਦਾ ਸੀਗਾ ਕਿ ਇਸ ਸੀਏ ਦੇ ਵਿੱਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਕੀਤਾ ਜਾਵੇ, ਬਜਾਏ ਇਹਦੇ ਕਿ ਵਿਰੋਧ ਮਤਾ ਪਾਸ ਕਰ ਦਿੱਤਾ ਗਿਆ? ਹਰਪ੍ਰੀਤ ਸਿੰਘ ਜੀ, ਤੁਸੀਂ ਆਪਦੀ ਗੱਲ ਮੇਰੇ ਮੂੰਹ 'ਚ ਕਿਉਂ ਪਾਉਣੀ ਚਾਹੁੰਦੇ ਹੋ? ਨਹੀਂ, ਤੁਸੀਂ ਦੱਸ ਦਿਓ ਨਾ। ਸ਼ੁਰੂ 'ਚ ਕਿਹਾ ਸੀਗਾ, ਉਹਨੂੰ ਤੁਸੀਂ ਚੰਗੀ ਤਰ੍ਹਾਂ ਸੁਣੋ, ਦੁਬਾਰਾ ਕਰਕੇ ਸੁਣ ਲਿਓ। ਮੈਂ ਤਾਂ ਇਹ ਕਿਹਾਗਾ ਵੀ ਇਹ ਜਿਹੜਾ ਕਾਨੂੰਨ ਹੈ, ਸਾਡੇ ਜਿਹੜਾ ਸੰਵਿਧਾਨ ਦੀ ਮੂਲ ਰੂਪ ਦੇ ਵਿੱਚ ਹੀ ਉਹਦੀ ਉਲੰਘਣਾ ਹੈ। ਹਾਂ, ਤੇ ਮੈਂ ਵੀ ਤਾਂ ਉਹੀ ਕਹਿ ਰਿਹਾ, ਮੈਂ ਵੀ ਤਾਂ ਉਹੀ ਕਹਿ ਰਿਹਾ ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ, ਅੱਛਾ ਚਲੋ ਇੱਕ ਗੱਲ ਸਮਝਾ ਦਿਓ, ਸੰਵਿਧਾਨ ਦੇ ਖਿਲਾਫ ਕਿਉਂ ਹੈ? ਅਸੀਂ ਸੀਏ ਦੇ ਖਿਲਾਫ, ਸੰਵਿਧਾਨ ਦੇ ਖਿਲਾਫ ਸੀਏ ਬਿੱਲ ਕਿਵੇਂ ਹੈ? ਮੈਂ ਕਹਿਣਾ ਵੀ ਮੈਂ ਸੰਵਿਧਾਨ ਦੇ ਖਿਲਾਫ ਤਾਂ ਹੈ ਵੀ ਅਸੀਂ, ਮੈਂ ਜੋ ਤੁਹਾਨੂੰ ਪਹਿਲਾਂ ਵੀ ਕਿਹਾ
ਕੋਈ ਵੀ ਕਾਨੂੰਨ, ਕੋਈ ਵੀ ਇਹੋ ਜਿਹਾ ਅਸੀਂ ਐਕਟ ਨਹੀਂ ਬਣਾ ਸਕਦੇ, ਸੰਵਿਧਾਨ ਕਹਿੰਦਾ, ਜਿਹਦਾ ਕਿ ਅਸੀਂ ਸਿੱਧੇ ਤੇ ਸਿੱਧਾ ਅਸੀਂ ਜਾਤੀ ਆਧਾਰ, ਧਰਮ ਆਧਾਰ ਤੇ ਨਹੀਂ ਬਣਾ ਸਕਦੇ। ਔਰ ਅਸੀਂ ਇਹ ਧਰਮ ਦੇ ਆਧਾਰ ਤੇ ਬਣਾ ਲਿਆ, ਔਰ ਅਸੀਂ ਕਹਿੰਦੇ ਆ ਵੀ ਇਹ ਖੁੱਲਾ ਰੱਖਿਆ ਜਾਂਦਾ ਵੀ ਕੋਈ ਵੀ ਪ੍ਰਤਾੜਤ ਹੈਗਾ ਉਹ ਆਉਂਦਾ, ਗੱਲ ਖਤਮ ਸੀਗੀ। ਇਸ ਕਰਕੇ ਇਹ ਇਦਾਂ ਅੱਜ ਅਕਾਲੀ ਦਲ ਤਾਂ ਉਸ ਗੱਲ ਤੇ ਰਾਜਨੀਤੀ ਕਰ ਰਿਹਾ। ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਦੱਸ ਕੇ ਹਟਿਆ, ਅਕਾਲੀ ਦਲ ਅੱਜ ਤਾਂ ਅਕਾਲੀ ਦਲ ਇਹ ਕਹਿੰਦਾ ਵੀ ਇਹ ਜਿਹੜਾ ਸੰਵਿਧਾਨ ਦੀ ਉਲੰਘਣਾ ਅਸੀਂ ਕਰ ਰਹੇ ਹਾਂ। ਜਦੋਂ ਆਰਟੀਕਲ 25 ਟਰੱਕ ਡਰਾਈਵਰ ਦੇ ਭੇਸ 'ਚ ਜਾ ਕੇ ਦਿੱਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾੜਦੇ ਸੀ, ਉਹ ਸੰਵਿਧਾਨ ਦੀ ਉਲੰਘਣਾ ਨਹੀਂ ਸੀ। ਇਸ ਕਰਕੇ ਅੱਜ ਅਸੀਂ ਇਹ ਗੱਲਾਂ ਕਹੀਏ ਵੀ ਇਹ ਗੱਲਾਂ ਕੋਈ ਵਾਜਬ ਨਹੀਂ। ਔਰ ਦੂਜੀ ਗੱਲ ਮੈਂ ਇੱਕ ਬੜੀ ਜਿਹੜੀ ਸਭ ਤੋਂ ਮੂਲ ਰੂਪ ਦੇ ਵਿੱਚ ਗੱਲ ਕਰਨ ਵਾਲੀ ਹੈ ਵੀ ਉੱਥੇ ਸੋਧ ਮਤੇ ਦਾ ਤਾਂ ਮਤਲਬ ਹੀ ਕੋਈ ਨਹੀਂ। ਜਦੋਂ ਅਸੀਂ ਗੱਲ ਕਹਿੰਦੇ ਆਂਗੇ ਤੁਸੀਂ ਉਸ ਮਤਾ ਜਿਹੜਾ ਅਸੀਂ ਲੈ ਕੇ ਆਈ ਆ ਸਰਕਾਰ ਉਹਦੇ ਨਾਲ ਸਹਿਮਤ ਹੋ ਗਏ, ਅਸਹਿਮਤ ਹੋ, ਇਹ ਅਸਹਿਮਤ ਹੋ ਕੇ ਬਾਹਰ ਚਲੇ ਗਏ, ਇਹ ਤਾਂ ਪਹਿਲਾਂ ਹੀ ਵਾਕ ਆਊਟ ਕਰ ਗਏ। ਹਾਂਜੀ ਦੀਪਾ ਸਾਹਿਬ ਇਹਦਾ ਜਵਾਬ ਦੇ ਦਿਓ। ਇੱਕ ਲਾਈਨ ਦੇ ਦਿਓ। ਇੱਕ ਮਿੰਟ ਭਾਈ ਨਾਲ ਤੋਂ ਇੱਕ ਸੈਕਿੰਡ। ਮੈਂ ਦੇਖੋ ਜਿਹੜਾ ਅਸੀਂ ਉੱਥੇ ਅਮੈਂਡਮੈਂਟ ਲਿਆਂਦੀ ਸੀ, ਔਰ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਬਾਅਦ ਚ ਸਟੇਟਮੈਂਟ ਦੇਖੋ ਕਿ ਅਸੀਂ ਇਸ ਕਾਨੂੰਨ ਜਿਹੜਾ ਵੀ ਸੀਏ ਦੇ ਅਸੀਂ ਇਹਨੂੰ ਰਿਜੈਕਟ ਕਰ ਰਹੇ ਹਾਂ, ਪਰ ਸੈਂਟਰ ਜੇ ਇਹਦੇ ਚ ਬਾਅਦ ਦੇ ਵਿੱਚ ਕੋਈ ਅਮੈਂਡਮੈਂਟ ਕਰਕੇ ਜਿਹੜੀ ਸਾਰਿਆਂ ਨੂੰ ਤੇ ਲਾਗੂ ਹੋਊਗੀ, ਠੀਕ ਹੋਊ, ਤਾਂ ਇਹਨੂੰ ਦੁਬਾਰਾ ਅਸੀਂ ਕੰਸੀਡਰ ਕਰ ਲਾਂਗੇ। ਦੇਖੋ ਪੋਜ਼ਿਟਿਵ ਔਰ ਨੈਗੇਟਿਵ ਦੀ ਗੱਲ ਹੈ। ਅਸੀਂ ਪੋਜ਼ਿਟਿਵ ਗੱਲ ਕੀਤੀ ਸੀ ਕਿ ਇਹਨੂੰ ਮੰਨ ਰਹੇ ਹਾਂ, ਪਲੱਸ ਇਹਨੂੰ ਇਹ ਵਿੱਚ ਮੁਸਲਮਾਨ ਉਹ ਵੀ ਕਮਿਊਨਿਟੀ ਨੂੰ ਵੀ ਐਡ ਕਰਕੇ ਇਹਨੂੰ ਸੈਂਟਰ ਨੂੰ ਭੇਜ ਦਿਓ ਕਿ ਇਹਨੂੰ ਇਸ ਤਰ੍ਹਾਂ ਕਰੋ ਤੇ ਅਸੀਂ ਲਾਗੂ ਕਰਾਂਗੇ, ਰਾਈਟ। ਤੁਸੀਂ ਇਹ ਗੱਲ ਕਿਹਾ ਕਿ ਅਸੀਂ ਇਹਨੂੰ ਰਿਜੈਕਟ ਕਰਦੇ ਹਾਂ ਕਿ ਇਹਨੂੰ ਦੁਬਾਰਾ ਤੁਸੀਂ ਇਹਦੇ 'ਚ ਕੋਈ ਸੋਧ ਕਰ ਦਿਓਗੇ ਤੇ ਦੁਬਾਰਾ ਕੰਸੀਡਰ ਕਰ ਲਾਂਗੇ। ਗੱਲਾਂ ਬਹੁਤਾ ਫਰਕ ਨਹੀਂ ਹੈਗਾ। ਜਸਟ ਇਹ ਹੈ ਕਿ ਕੋਈ ਹਾਈ ਕਮਾਂਡ ਮੈਨੂੰ ਆਰਡਰ ਸੀ ਕਿ ਰਿਜੈਕਟ ਕਰਨਾ ਤਾਂ ਤੁਸੀਂ ਰਿਜੈਕਟ ਕੀਤਾ, ਉਹਦੇ ਮੈਰਿਟ ਤੇ ਡੀਮੈਰਿਟ ਤੇ ਕਾਂਗਰਸ ਪਾਰਟੀ ਨਹੀਂ ਗਈ, ਮੇਰਾ ਇਹ ਕਹਿਣਾ ਹੈ। ਹਾਂਜੀ ਢਿੱਲੋਂ ਸਾਹਿਬ ਜਲਦੀ। ਜੀ ਇਹ ਹੁਣੇ ਮੇਰੇ ਵੀਰ ਕਾਂਗਰਸ ਵਾਲੇ ਕਹਿ ਰਹੇ ਸੀਗੇ ਕਿ ਧਰਮ ਦੇ ਆਧਾਰ ਤੇ, ਜਾਤੀ ਦੇ ਆਧਾਰ ਤੇ ਜਾਂ ਕੋਈ ਵੀ ਕਾਨੂੰਨ ਨਹੀਂ ਬਣਾਇਆ ਜਾ ਸਕਦਾ। ਇਹੀ ਗੱਲ ਕਹੀ ਨਾ ਇਹਨਾਂ ਨੇ। ਜੀ ਅੱਜ ਤੋਂ ਜ਼ਿਆਦਾ ਸਮਾਂ ਜਿਹੜੀ ਕਾਂਗਰਸ ਦੀ ਸਰਕਾਰ ਰਹੀ ਔਰ ਜਿਹੜੇ ਪਹਿਲਾਂ ਕਾਨੂੰਨ ਬਣੇ ਨੇ, ਅੱਜ ਰਿਜ਼ਰਵੇਸ਼ਨ SC ST ਨੂੰ ਕਿੱਦਾਂ ਮਿਲੀ ਹੈ? ਕਿ ਉਹ ਜਾਤੀ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਕਾਨੂੰਨ ਨਹੀਂ ਬਣਾਇਆ ਗਿਆ। ਉਹਨਾਂ ਦੇ ਜਿਹੜੇ ਉਹਨਾਂ ਦੇ ਰਾਈਟਸ ਸੀਗੇ ਉਹਨਾਂ ਨੂੰ ਸੈਪਰੇਟਲੀ ਤੁਸੀਂ ਜਾਤੀ ਦੇ ਆਧਾਰ ਦੇ ਉੱਤੇ ਆਪਾਂ ਨਹੀਂ ਕੀਤਾ ਹਿੰਦੁਸਤਾਨ ਦੇ ਅੰਦਰ। ਬਿਨਾਂ ਵਜ੍ਹਾ ਤੋਂ ਝੂਠ ਫੈਲਾ ਕੇ, ਡਰ ਫੈਲਾ ਕੇ ਅੱਜ ਲੋਕਾਂ ਦਾ ਬੇਵਕੂਫ ਬਣਾਉਣ ਦਾ ਤੁਸੀਂ ਕੰਮ ਕਰਦੇ ਪਏ ਹੋ। ਇਹ ਸਾਰਾ ਕੁਝ ਜਿਹੜਾ ਟਾਈਮ ਟੂ ਟਾਈਮ ਸੋਧਾਂ ਹੁੰਦੀਆਂ ਰਹਿੰਦੀਆਂ ਨੇ, ਔਰ ਅੱਜ ਪਹਿਲੀ ਨਹੀਂ ਹੈ, 8 ਵਾਰ ਇਸ ਤੋਂ ਪਹਿਲਾਂ ਇਸ ਕਾਨੂੰਨ ਦੇ ਵਿੱਚ ਸੋਧ ਹੋ ਚੁੱਕੀ ਹੈ, ਜੇ ਤੁਹਾਨੂੰ ਧਿਆਨ ਹੋਵੇ ਤਾਂ। ਤੇ ਦੂਜੀ ਗੱਲ ਜਿਹੜੀ ਆਪਣੇ ਇਕਬਾਲ ਸਿੰਘ ਜੀ ਕਹਿ ਰਹੇ ਸੀਗੇ, ਇਹਨਾਂ ਦੀ ਗੱਲ ਦਾ ਵੀ ਇਹੋ ਜਵਾਬ ਹੈ ਜਿਹੜਾ 1955 ਦਾ ਰੱਟ ਲਾ ਕੇ ਬੈਠੇ ਸੀ ਇੱਥੇ ਕਿ ਉਹਦੇ ਤਹਿਤ ਕਰ ਦਿੰਦੇ। ਉਸ ਤੋਂ ਬਾਅਦ 55 ਤੋਂ ਬਾਅਦ 8 ਵਾਰ ਇਸ ਕਾਨੂੰਨ 'ਚ ਸੋਧ ਹੋਈ ਹੈ, ਔਰ ਵਕਤ ਤੋਂ ਵਕਤ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹਦੀ ਅਮੈਂਡਮੈਂਟ ਹੁੰਦੀ ਰਹਿੰਦੀ ਹੈ। ਪਾਰਲੀਮੈਂਟ ਕੋਲੇ ਇਸ ਗੱਲ ਦਾ ਅਧਿਕਾਰ ਕਾਨੂੰਨ ਦਾ ਇਹਨੇ ਸੰਵਿਧਾਨ ਨਹੀਂ ਦਿੱਤਾ ਕਿ ਪਾਰਲੀਮੈਂਟ ਜਿਹੜੇ ਵੀ ਕਾਨੂੰਨ ਦੇ ਵਿੱਚ ਕੋਈ ਨਵੀਂ ਸੋਧ ਲਿਆਣੀ ਚਾਹੁੰਦੀ ਹੈ ਉਹਨੂੰ ਬਹੁਮਤ ਦੇ ਆਧਾਰ ਦੇ ਉੱਤੇ ਲਿਆ ਸਕਦੀ ਹੈ, ਬਹਿਸ ਕਰਕੇ ਲਿਆ ਸਕਦੀ ਹੈ। ਔਰ ਅੱਜ ਇਹ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਇਸ ਦਾ ਬੈਨੀਫਿਟ ਮੈਕਸਿਮਮ ਜਿਹੜਾ ਪੰਜਾਬੀਆਂ ਨੂੰ ਮਿਲਣਾ ਔਰ ਪੰਜਾਬ ਉਹਨਾਂ ਦੇ ਪੰਜਾਬੀਆਂ ਦੇ ਖਿਲਾਫ ਹੋ ਕੇ ਇਹ ਗੱਲ ਕਰਦੇ ਪਏ ਨੇ। ਔਰ ਕਾਂਗਰਸ ਸ਼ੁਰੂ ਤੋਂ ਹੀ ਮੈਨੂੰ ਲੱਗਦਾ ਕਿ ਸਿੱਖਾਂ ਦੀ ਤਾਂ ਵੈਰੀ ਬਣ ਗਈ। ਇਹਨਾਂ ਨੇ ਜੋ ਹਾਲਾਤ ਪਹਿਲਾਂ ਪੈਦਾ ਕੀਤੇ ਸੀ ਉਹ ਗੱਲ ਨੂੰ ਰਿਪੀਟ ਨਹੀਂ ਕਰਦਾ, ਪਰ ਅੱਜ ਮੈਕਸਿਮਮ ਉਹਨਾਂ 'ਚ ਅਫਗਾਨੀ ਸਿੱਖ ਨੇ, ਮੈਕਸਿਮਮ ਉਹਨਾਂ 'ਚ ਪਾਕਿਸਤਾਨ ਤੋਂ ਆਏ ਹੋਏ ਹਿੰਦੂ ਸਿੱਖ ਨੇ, ਮੈਕਸਿਮਮ ਉਹਨਾਂ ਦੀ ਸੰਖਿਆ। ਔਰ ਪੰਜਾਬੀਆਂ ਦੇ ਖਿਲਾਫ ਹੋ ਕੇ ਖੜਾ ਹੋ ਗਿਆ। ਇਹ ਅਮਰਿੰਦਰ ਸਿੰਘ ਪਤਾ ਨਹੀਂ ਕੀ ਕਹਿਣਾ ਚਾਹੁੰਦੇ ਨੇ, ਜਾਂ ਉਹਨਾਂ ਦੇ ਬੁਲਾਰੇ ਦੱਸ ਦੇਣ ਵੀ ਤੁਸੀਂ ਕਿਉਂ ਪੰਜਾਬੀਆਂ ਦੇ ਦੁਸ਼ਮਣ ਬਣ ਗਏ ਹੋ, ਕਿਉਂ ਉਹਨਾਂ ਦਾ ਵਿਚਾਰਿਆਂ ਦਾ ਜੇ ਕੋਈ ਭਲਾ ਹੋਣ ਲੱਗਾ ਤੁਸੀਂ ਵਿੱਚ ਲੱਤ ਅੜਾ ਕੇ ਬਿਲਕੁਲ ਅੱਜ ਕਲੀਅਰ ਹੋ ਗਿਆ ਕਿ ਜੇ ਗਾਂਧੀ ਪਰਿਵਾਰ ਨਾਲ ਖੜਨਾ ਹੈ ਤਾਂ ਪੰਜਾਬੀ ਸਿੱਖਾਂ ਦੇ ਖਿਲਾਫ ਖੜਨਾ ਹੀ ਖੜਨਾ। ਹਾਂ, ਤੁਸੀਂ ਗਾਂਧੀ ਪਰਿਵਾਰ ਦੇ ਨਾਲ ਆਪਾਂ ਜਵਾਬ ਲੈ ਲਈਏ। ਇੱਕ ਮਿੰਟ ਸੁਖਦੇਵ ਗਾਂਧੀ ਪਰਿਵਾਰ ਦੀ ਫਿਕਰ ਹੈ। ਗਾਂਧੀ ਨਾਲ ਖੜੇ ਹੋਣ ਦੇ ਚੱਕਰ ਦੇ ਵਿੱਚ ਪੰਜਾਬੀਆਂ ਦਾ ਬੁਰਾ ਕਰੀ ਜਾਂਦੇ, ਖਿਲਾਫ ਹੋਈ ਜਾਂਦੇ ਹੋ ਤੁਸੀਂ। ਹਾਂਜੀ ਸੁਖਦੇਵ ਜੀ। ਮੈਨੂੰ ਦੇਖੋ ਗੱਲ ਮੈਂ ਹੁਣ ਇਹਨਾਂ ਦੀ ਬੜੇ ਧਿਆਨ ਨਾਲ ਸੁਣੀ ਆ, ਫਿਰ ਢਿੱਲੋਂ ਸਾਹਿਬ ਨੇ ਫੇਰ ਛਾਲ ਮਾਰਨੀ ਹੈ ਬੋਲਣ ਵੇਚਣ ਦੀ। ਮੇਰੀ ਇੱਕ ਗੱਲ ਦਾ ਇਹ ਜਵਾਬ ਦੇ ਦੇਣ। ਗੱਲ ਅਸੀਂ ਕਰ ਰਹੇ ਆਂਗੇ ਨਾਗਰਿਕਤਾ ਦੇਣ ਦੀ, ਜਿਹੜੀ ਕਿ ਅਸੀਂ ਜਾਤ ਤੇ ਧਰਮ ਦੇ ਆਧਾਰ ਤੇ ਨਹੀਂ ਦੇਣੀ। ਇਹ ਗੱਲ ਇਹ ਤਾਂ ਵਿਚਾਰੇ SC ST ਦੀ ਰਿਜ਼ਰਵੇਸ਼ਨ ਖੋਣ ਤੁਰ ਪਏ, ਕਿਉਂਕਿ ਇਹਨਾਂ ਦੀ ਜਿਹੜੀ RSS ਦੀ ਵਿਚਾਰਧਾਰਾ ਕਹਿੰਦੀ ਹੈ ਵੀ ਅਸੀਂ SC ST ਦੀ ਕਿਸੇ ਨਾ ਕਿਸੇ ਵੇਲੇ ਅਸੀਂ ਇਹਨਾਂ ਦੀ ਰਿਜ਼ਰਵੇਸ਼ਨ ਖੋਣੀ ਹੈ। ਇਹ ਤਾਂ ਉਧਰ ਖੋਣ ਤੁਰ ਪਏ, ਰੜਕਣ ਲੱਗੀ SC ST ਦੀ ਰਿਜ਼ਰਵੇਸ਼ਨ। ਨਹੀਂ ਸਿੱਧਾ ਜਵਾਬ ਹੈਗਾ ਤੁਹਾਡੇ ਕੋਲੇ, ਤੁਸੀਂ ਗੱਲ ਕਮਾਓਗੇ। ਮੈਨੂੰ ਪਤਾ ਸੀ ਇਸ ਗੱਲ ਦਾ, ਮੈਂ ਗੱਲ ਕਰਨ ਤੋਂ ਪਹਿਲਾਂ ਮੈਨੂੰ ਪਤਾ ਹੀ ਤੁਸੀਂ ਇਹ ਗੱਲ ਕਰੋਗੇ। ਮੈਂ ਸੁਣੀ ਹੈ, ਤੁਸੀਂ ਸੁਣੀ ਹੈ ਤਾਂ ਝੂਠ ਨਾ ਬੋਲੋ, ਜੋ ਸੱਚਾਈ ਹੈ ਉਹ ਸਾਹਮਣੇ ਆਉਂਦੀ ਹੈ। ਸੁਣ ਲੈ
ਓ ਸੁਣੀ ਹੈ ਤੇਰੀ ਗੱਲ, ਓ ਸੁਣ ਲੈ ਮਾਤਾ ਰੱਖ। ਉਹ ਤੇਰੀ ਦੂਰੀ ਕਰਨ ਵਾਲੇ ਤਲਾਕ ਨਹੀਂ ਕਰੀਦੀ ਹੁੰਦੀ ਡਿਬੇਟ ਤੇ ਆ ਕੇ ਵੱਡਿਆਂ ਨੂੰ ਗੱਲ ਕਰਨੀ ਸਿੱਖੋ। ਸ਼੍ਰੀਮਾਨ ਜੀ ਦੁਸ਼ਮਣ, ਸ਼੍ਰੀਮਾਨ ਜੀ ਬੰਦਿਆਂ ਨੂੰ ਗੱਲ ਕਰਨੀ ਸਿੱਖੋ। ਤਲਾਕ ਨਹੀਂ ਕਰੀਦੀ ਆ ਕੇ। ਅੱਜ ਤੁਸੀਂ ਇੱਥੇ ਏਦਾਂ ਦੇ ਕਾਨੂੰਨ ਲਿਆ ਕੇ ਜਿੰਨੇ ਬਾਹਰ ਦੇਸ਼ਾਂ ਸਿੱਖ ਬੈਠੇ ਆ ਉਹਨਾਂ ਵਾਸਤੇ ਇਹ ਤੁਸੀਂ ਬੀਜ ਬੋਝ ਰਹੇ ਹੋ। ਸਿੱਖਾਂ ਦੇ ਦੁਸ਼ਮਣ ਤਾਂ ਇਹ ਬਣੇ ਬੈਠੇ ਆ। ਚਲੋ ਇੱਕ ਮਿੰਟ, ਇਹ ਇੱਕ ਸਵਾਲ ਮੈਂ ਐਡਵੋਕੇਟ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਹੜਾ ਡਰ ਜਿਹੜਾ ਭੈ ਆਮ ਲੋਕਾਂ ਦੇ ਵਿੱਚ ਹੈਗਾ ਜਾਂ ਬੀਜੇਪੀ ਕਹਿੰਦੀ ਕਿ ਫੈਲਾਇਆ ਜਾ ਰਿਹਾ ਕਿ ਤੁਹਾਨੂੰ ਬੜੇ ਪੁਰਾਣੇ ਡਾਕੂਮੈਂਟ ਦਿਖਾਣੇ ਪੈਣੇ ਨੇ ਆਪਣੇ। ਇੱਕ ਮਿੰਟ ਸੁਖਦੇਵ ਸਿੰਘ, ਹੁਣ ਮੈਨੂੰ ਦੇ ਦਿਓ ਇੱਕ ਮਿੰਟ ਦੇ ਦਿਓ, ਮੈਂ ਐਡਵੋਕੇਟ ਸਾਹਿਬ ਤੋਂ ਇੱਕ ਗੱਲ ਕਲੀਅਰ ਕਰ ਲਾਂ, ਫਿਰ ਤੁਹਾਡੇ ਕੋਲ ਆ ਜਾਣਾ ਕਿ ਤੁਹਾਨੂੰ ਡਾਕੂਮੈਂਟ ਦਿਖਾਣੇ ਪੈਣੇ ਨੇ, ਬਰਥ ਸਰਟੀਫਿਕੇਟ ਦਿਖਾਣੇ ਪੈਣੇ ਨੇ। ਮੈਂ ਤੁਹਾਨੂੰ ਕਰਨਾ ਇੱਕ ਸਵਾਲ, ਮੈਂ ਤੁਹਾਨੂੰ ਨਹੀਂ ਮੈਂ ਤਾਂ ਇੱਕ ਮਿੰਟ ਤੁਹਾਨੂੰ ਕਰਨਾ ਇੱਕ ਸਵਾਲ ਤੁਹਾਨੂੰ ਕਰਨਾ। ਮੈਨੂੰ ਇੱਕ ਗੱਲ ਦੱਸੋ ਜੀ ਵੀ ਜਦੋਂ ਅਸੀਂ ਇਹਨਾਂ ਦੇ ਟਾਈਮ 'ਚ ਨਹੀਂ ਬੋਲਦੇ, ਇਹਨਾਂ ਨੂੰ ਤਕਲੀਫ ਕੀ ਹੈ ਬੋਲਣ ਦੀ? ਜਾਂ ਤਾਂ ਤੁਸੀਂ ਡਿਬੇਟ ਨੂੰ ਕੰਟਰੋਲ ਕਰੋ। ਮੈਂ ਤੇ ਸੁਖਦੇਵ ਸਿੰਘ ਮੈਂ ਨਾ ਤੁਹਾਨੂੰ ਬੋਲਣ ਦੇਣਾ ਨਾ ਮੈਂ ਉਹਨਾਂ ਨੂੰ ਬੋਲਣ ਦੇਣਾ, ਇਸ ਲਈ ਮੈਂ ਤੁਹਾਨੂੰ ਪੂਰਾ ਟਾਈਮ ਦਿੱਤਾ ਕਿ ਤੁਸੀਂ ਆਪਣੀ ਪੂਰੀ ਗੱਲ ਰੱਖੋ। ਮੈਂ ਉਹਨਾਂ ਨੂੰ ਬੰਦ ਕਰਾ ਕੇ ਤੁਹਾਡੀ ਪੂਰੀ ਗੱਲ ਸੁਣਾਈ, ਪੂਰੀ ਗੱਲ ਸੁਣਾਈ ਹੈ ਤੁਹਾਡੀ। ਮੈਂ ਉਸ ਤੋਂ ਬੋਲਦੇ ਹੀ ਨਹੀਂ। ਜੇ ਤੁਸੀਂ ਢਿੱਲੋਂ ਸਾਹਿਬ ਕਿਉਂ ਛਾਲਾ ਮਾਰਦੇ? ਜੇ ਤੁਸੀਂ ਗੱਲ ਹੋਰ ਵੀ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਮੈਂ ਤੁਹਾਨੂੰ ਟਾਈਮ ਦਿੰਨਾ ਜੇ ਤੁਸੀਂ ਬੋਲਣਾ ਚਾਹੁੰਦੇ ਹੋ। ਇੱਕ ਮਿੰਟ ਢਿੱਲੋਂ ਸਾਹਿਬ ਮਾਰ ਲਓ ਝੂਠ, ਜੇ ਹੋਰ ਮਾਰਨਾ ਮੈਂ ਬਾਅਦ ਚ ਕਲੀਅਰ ਕਰ ਦੂੰਗਾ। ਮੈਂ ਆਪਣੀ ਮੈਂ ਓਏ ਗੱਲ ਸੁਣ, ਆਪਣੀ ਔਕਾਤ ਚ ਰਹਿ। ਝੂਠ ਸੱਚ ਦੀ ਗੱਲ ਲੋਕਾਂ ਨੇ ਫੈਸਲਾ ਕਰਨਾ, ਤੂੰ ਨਹੀਂ ਕਰਨਾ। ਆਪਾਂ ਨਿੱਜੀ ਤੌਰ ਤੇ ਨਾ ਜਾਈਏ, ਨਿੱਜੀ ਤੌਰ ਤੇ ਨਾ ਜਾਈਏ। ਚਲੋ ਸਾਹਿਬ ਇੱਕ ਮਿੰਟ, ਸੁਖਦੇਵ ਜੀ ਇੱਕ ਮਿੰਟ, ਇੱਕ ਮਿੰਟ ਸੁਖਦੇਵ ਜੀ ਇੱਕ ਮਿੰਟ ਢਿੱਲੋਂ ਸਾਹਿਬ ਹੁਣ ਵਿੱਚ ਡਿਸਟਰਬ ਨਾ ਕਰਿਓ। ਐਡਵੋਕੇਟ ਸਾਹਿਬ ਮੇਰਾ ਸਵਾਲ ਫਿਰ ਉੱਥੇ ਹੀ ਖੜਾ ਹੈ ਕਿ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਤੁਹਾਨੂੰ ਪੁਰਾਣੇ ਡਾਕੂਮੈਂਟ ਦਿਖਾਣੇ ਪੈਣੇ ਨੇ, ਤੁਹਾਡੇ ਪਿਤਾ ਸ਼੍ਰੀ ਤੁਹਾਡੇ ਦਾਦਾ ਜੀ ਕਿੱਥੇ ਪੈਦਾ ਹੋਏ ਸੀਗੇ, ਉਹ ਡਾਕੂਮੈਂਟ ਕਈਆਂ ਕੋਲ ਨਹੀਂ ਨੇ, ਉਹਨਾਂ ਦਾ ਕੀ ਬਣੇਗਾ ਫਿਰ? ਦਿਸ ਇਜ਼ ਅ ਮਿਸਕਨਸੈਪਸ਼ਨ ਜੋ ਕਿ ਪੋਲੀਟੀਕਲੀ ਫੈਲਾਈ ਜਾ ਰਹੀ ਹੈਗੀ ਹੈ। ਮੈਂ ਇਸ ਦੇ ਨਾਲ ਸਹਿਮਤ ਨਹੀਂ ਹੋਵਾਂਗਾ ਕਿਉਂਕਿ CAA ਪਹਿਲੀ ਗੱਲ ਦੇਖੋ, ਇਟ ਇਜ਼ ਅ ਮਾਈਨੋਰਿਟੀ ਕਲਾਸ ਐਂਡ ਮਾਈਨੋਰਿਟੀ ਕਲਾਸ ਆਫ ਸਿਕਸ ਰਿਲੀਜਨਸ ਵਿਚ ਇਜ਼ ਗਿਵਨ ਦੇਅਰ ਇਨ 6 ਧਰਮਾਂ ਦਾ ਦਿੱਤਾ ਗਿਆ, ਉਹਨਾਂ ਵਿੱਚ ਮੁਸਲਿਮ ਇਨਕਲੂਡਡ ਨਹੀਂ ਹੈਗਾ। ਦੈਟ ਮੀਨਸ ਕਿ ਕੋਈ ਸਿੱਖ ਜੈਨ ਜਾਂ ਹਿੰਦੂ ਜਿਹੜਾ ਕਿ ਇਹਨਾਂ ਤਿੰਨਾਂ ਦੇਸ਼ਾਂ ਤੋਂ ਇੰਡੀਆ 'ਚ ਆਇਆ ਹੈਗਾ, ਉਹਨੂੰ ਆਪਣੇ ਡਾਕੂਮੈਂਟ ਦਿਖਾਣੇ ਪੈਣੇ ਆ ਕਿ ਜੀ ਮੈਂ ਫਲਾਣੇ ਦੇਸ਼ ਦਾ ਨਾਗਰਿਕ ਹੈਗਾ ਤੇ ਮੈਂ 31 ਦਸੰਬਰ 2014 ਤੋਂ ਪਹਿਲੇ ਦਾ ਇੱਥੇ ਰਹਿ ਰਿਹਾ ਹੈਗਾ ਤੇ ਮੈਨੂੰ ਇਸ ਕਰਕੇ ਇੰਡੀਅਨ ਸਿਟੀਜ਼ਨਸ਼ਿਪ ਦਿੱਤੀ ਜਾਵੇ। ਇਟ ਇਜ਼ ਨਾਟ ਐਪਲੀਕੇਬਲ ਟੂ ਇੰਡੀਅਨ ਸਿਟੀਜ਼ਨ ਕੋਲੋਂ ਕਿਸੇ ਕੋਲੋਂ ਵੀ ਇਹ ਡਾਕੂਮੈਂਟ ਨਹੀਂ ਮੰਗਿਆ ਜਾ ਰਿਹਾ, ਇਹ ਫੋਰਨ ਨੈਸ਼ਨਲਸ ਕੋਲੋਂ ਮੰਗਿਆ ਜਾ ਰਿਹਾ। ਫੋਰਨਰਸ ਜਿਹਨੂੰ ਕਹਿੰਦੇ ਹੈਗੇ ਆ, ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹਨਾਂ ਨੂੰ ਕਹਿ ਰਹੇ ਆ, ਜਿਹੜੇ 2014 ਤੋਂ ਪਹਿਲਾਂ ਮੁਸਲਿਮ ਭਾਈਚਾਰਾ ਉਹਨਾਂ ਕੋਲੋਂ ਮੰਗਿਆ ਜਾ ਰਿਹਾ ਨਾ, ਜਿਹੜਾ 2014 ਤੋਂ ਪਹਿਲਾਂ ਮੁਸਲਿਮ ਭਾਈਚਾਰਾ ਇੱਥੇ ਆ ਕੇ they are already Indian citizenship, they already have their Aadhaar card, they already have their bank accounts opened in India। ਦੇਖੋ ਜੀ ਮੰਗਿਆ ਕੀ ਜਾ ਰਿਹਾ ਹੈਗਾ ਕਿ ਤੁਸੀਂ ਸਾਨੂੰ ਆਪਣਾ ਕੋਈ ਵੀ ਬੈਂਕ ਅਕਾਊਂਟ ਕੋਈ ਰਿਕਾਰਡ ਦਿਖਾ ਦਿਓ, ਆਪਣੇ ਪਿਤਾ ਜੀ ਦਾ ਰਿਕਾਰਡ ਦਿਖਾ ਦਿਓ, ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦਾ ਇੰਡੀਅਨ ਸਿਟੀਜ਼ਨਸ਼ਿਪ ਐਸਟੈਬਲਿਸ਼ ਕਰਨ ਲਈ ਅਗਰ ਤੁਹਾਡੇ ਕੋਲ ਕੋਈ ਆਈਡੀ ਪ੍ਰੂਫ ਨਹੀਂ ਵੀ ਹੈ, ਕੋਈ ਆਈਡੀ ਪ੍ਰੂਫ ਨਹੀਂ ਹੈਗਾ ਤੇ ਤੁਸੀਂ ਘੱਟ ਤੋਂ ਘੱਟ ਐਟਲੀਸਟ 3 ਬੰਦੇ ਐਸੇ ਖੜੇ ਕਰ ਦਿਓ ਜਿਹੜੀ ਤੁਹਾਡੀ ਸ਼ਨਾਖਤ ਕਰ ਦੇਣ ਕਿ ਹਾਂਜੀ ਮੈਂ ਇਸ ਬੰਦੇ ਨੂੰ ਜਾਣਦਾ ਹੈਗਾ ਤੇ ਹੀ ਇਜ਼ ਐਨ ਇੰਡੀਅਨ ਸਿਟੀਜ਼ਨ। ਹੁਣ ਅਗਰ ਤੁਸੀਂ ਕਹੋ ਜੀ ਮੇਰੇ ਕੋਲ 3 ਬੰਦੇ ਵੀ ਨਹੀਂ ਹੈਗੇ ਤੇ ਫਿਰ ਤੇ ਤੁਸੀਂ ਕੌਣ ਹੈਗੇ ਹੋ, ਇਹ ਤੁਸੀਂ ਆਪ ਹੀ ਸਮਝ ਸਕਦੇ ਹੋ, ਤੁਸੀਂ ਘੁਸਪੈਠੀ ਹੀ ਹੋ ਸਕਦੇ ਹੋ। ਚਲੋ ਮੁੱਕਦੀ ਗੱਲ ਇਹ ਹੈ ਅਸਲ ਦੇ ਵਿੱਚ ਜਿਹੜਾ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ 2014 ਤੋਂ ਪਹਿਲਾਂ ਜਿਹੜੀਆਂ ਇਹ ਘੱਟ ਗਿਣਤੀਆਂ ਰਹਿ ਰਹੀਆਂ ਨੇ, ਇਹ ਆਪਣਾ ਪ੍ਰੂਫ ਦਿਖਾ ਕੇ ਇਹ ਸਾਬਤ ਕਰ ਸਕਦੀਆਂ ਨੇ ਕਿ ਸਾਨੂੰ ਇੰਡੀਅਨ ਸਿਟੀਜ਼ਨਸ਼ਿਪ ਚਾਹੀਦੀ ਹੈ। ਇਸ ਕਰਕੇ ਸਾਡੇ ਮੁਲਕ ਦੇ ਜਿਹੜੇ ਆਲਰੇਡੀ ਨਾਗਰਿਕ ਨੇ, ਇਹ ਕਾਨੂੰਨ ਉਹਨਾਂ ਵਾਸਤੇ ਨਹੀਂ ਹੈ, ਇਹ ਕਾਨੂੰਨ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਬਾਹਰੋਂ ਆਏ ਹੋਏ ਨੇ। ਇਕਬਾਲ ਸਿੰਘ ਜੀ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ? ਤੁਸੀਂ ਆਖਰੀ ਸਟੇਟਮੈਂਟ ਕੁਝ ਕਹਿ ਰਹੇ ਸੀ। ਮੈਂ ਉਹੀ ਕਹਿਣਾ ਵੀ ਜਿਨ੍ਹਾਂ ਜਿਹੜੇ ਇੱਥੇ ਰਹਿ ਰਹੇ ਉਹਨਾਂ ਨੇ ਆਧਾਰ ਕਾਰਡ ਵੀ ਬਣਵਾ ਲਏ, ਵੋਟਰ ਕਾਰਡ ਵੀ ਬਣਾ ਲਏ, ਉਹਨਾਂ ਕੋਲ ਸਭ ਕੋਲ ਹੈਗੇ, ਫਿਰ ਇਹ ਫਾਲਤੂ ਦੀ ਐਕਸਰਸਾਈਜ਼ ਹੈ। ਜੇ ਉਸੇ ਨੂੰ ਆਧਾਰ ਮੰਨਦੇ ਤੁਸੀਂ ਫਿਰ ਤਾਂ ਫਾਲਤੂ ਦੀ ਹੈ। ਜੇ ਤੁਸੀਂ ਸਕੂਡਨੀ ਕਰਨੀ ਹੈ ਫਿਰ ਇਹਨਾਂ ਨੂੰ ਤੁਸੀਂ ਸਾਈਡ ਤੇ ਕਰੋਗੇ ਨਾ, ਤਾਂ ਹੀ ਪਤਾ ਲੱਗੂ ਘੁਸਪੈਠੀਆ ਕਿਹੜਾ। ਕਿੰਨੇ ਘੁਸਪੈਠੀਆਂ ਨੇ ਬਣਾ ਲਏ, ਵੋਟ ਬੈਂਕ ਦੀ ਰਾਜਨੀਤੀ ਨੇ ਸਭ ਬਣਾ ਦਿੱਤੇ ਪਹਿਲਾਂ ਲੋਕਾਂ ਦੇ। ਤੁਸੀਂ ਜੇ ਉਹਨੂੰ ਮਾਨਤਾ ਦਿੰਨੇ ਫਿਰ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਸੀ। ਇਸ ਕਰਕੇ ਇਹ ਡਰ ਤਾਂ ਉਹੀ ਪੈਦਾ ਕੀਤਾ ਜਾਂਦਾ ਵੀ ਜਿਹੜਾ 71 ਤੋਂ ਪਹਿਲਾਂ ਦੇ ਡਾਕੂਮੈਂਟ ਲਿਓ ਇਹਨਾਂ ਨੂੰ ਮੰਨਿਆ ਨਹੀਂ ਜਾਊਗਾ। ਤੁਸੀਂ ਦੇਖੋ ਅਗਲੀ ਨੈਕਸਟ ਐਕਸਰਸਾਈਜ਼ ਆ ਜਿਹੜਾ NPR ਆ ਰਿਹਾ, NRC ਆ ਰਿਹਾ, ਉਹਦੇ 'ਚ ਪ੍ਰੋਬਲਮ ਆਉਣੀ। CA ਦਾ ਕੋਈ ਐਡਾ ਉਹ ਨਹੀਂ ਹੈ ਕਿਉਂਕਿ ਜੇ ਇਹਨਾਂ ਨਾਲ ਇੱਕ ਕਾਲਮ ਪਾ ਦਿੰਦੇ ਹੁਣੇ ਰੌਲਾ ਖਤਮ ਹੋ ਜਾਂਦਾ।
ਤੁਸੀਂ ਲਿਖ ਦਿਓ ਵੀ ਮੁਸਲਮਾਨਾਂ ਨੂੰ ਅਸੀਂ ਦਵਾਂਗੇ ਸਿਟੀਜ਼ਨਸ਼ਿਪ, ਲੇਕਿਨ ਇਸਲਾਮਿਕ ਕੰਟਰੀ ਦੇ ਮੁਸਲਮਾਨਾਂ ਨੂੰ ਨਹੀਂ ਦਵਾਂਗੇ। ਇੱਕ ਕਾਲਮ ਪਾ ਦਿਓ, ਸਾਰਾ ਝਮੇਲਾ ਖਤਮ ਹੋ ਜਾਏਗਾ, ਮਸਲਾ ਖਤਮ ਹੋ ਜਾਂਦਾ। ਮਸਲਾ ਖਤਮ ਇਹ- ਨਹੀਂ ਪਾਉਣਗੇ, ਜਲਦੀ- ਕਹਿ ਦਿਓ ਬਹੁਤ ਸ਼ਾਰਟ ਦੇ ਵਿੱਚ ਜਲਦੀ। ਇੱਕ ਜਵਾਬ ਦੇ ਦਿਆਂ। ਹਾਂ। ਪਹਿਲੀ ਗੱਲ ਹੈ ਵਾਰ-ਵਾਰ ਇਹਨੂੰ ਜੋੜੀ ਜਾਂਦੇ ਨੇ CAA ਦਾ ਨਾਂ ਤਾਂ ਕੋਈ ਲਿੰਕ ਹੈ ਇਹਦੇ ਨਾਲ ਨਾ ਲੈਣਾ ਨਾ ਦੇਣਾ। ਅਮਿਤ ਸ਼ਾਹ ਦੀ ਸਟੇਟਮੈਂਟ ਪੜ੍ਹ ਲਓ, ਮੈਂ ਮੇਰੇ ਕੋਲ ਆ, ਮੈਂ ਮੋਬਾਈਲ ਤੇ ਹੁਣ ਚਲਾ ਦੂੰਗਾ। ਤੁਹਾਨੂੰ ਮੈਂ ਕਲੀਅਰ ਕਰ ਦਿੰਦਾ ਭਾਜੀ। NPR ਕੀ ਹੈ? ਨੈਸ਼ਨਲ ਪੋਪੂਲੇਸ਼ਨ ਰਜਿਸਟਰ। ਇਹ ਅਸੀਂ ਨਹੀਂ ਸ਼ੁਰੂ ਕੀਤਾ, ਕਾਂਗਰਸ ਨੇ ਸ਼ੁਰੂ ਕੀਤਾ 2010 ਚ ਮਨਮੋਹਨ ਸਿੰਘ ਦੀ ਸਰਕਾਰ ਨੇ। ਮਨਮੋਹਨ ਸਿੰਘ ਦੀ ਸਰਕਾਰ ਨੇ ਇਹ ਕਿਉਂ ਸ਼ੁਰੂ ਕੀਤਾ ਸੀ ਕਿ ਸਾਡੇ ਕੋਲੇ ਰਿਕਾਰਡ ਹੋਣਾ ਚਾਹੀਦਾ ਸਾਡਾ ਕਿਹੜਾ ਨਾਗਰਿਕ ਕਿਹੜੀ ਪੋਜੀਸ਼ਨ ਦੇ ਵਿੱਚ ਹੈ, ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਆ, ਉਹਦੇ ਹਾਲਾਤ ਕੀ ਨੇ, Policies frame ਉਹਦੇ ਕਰ ਕੰਮ ਕੀ ਆ, ਉਸ ਵਾਸਤੇ ਅਸੀਂ ਪਾਲਿਸੀਜ਼ ਬਣਾ ਸਕੀਏ। ਇਹੀ ਮਤੇ ਦੇ ਨਾਲ ਹੁਣ ਵੀ ਜਿਹੜਾ NPR ਹੋ ਰਿਹਾ ਹੈ, ਨੈਸ਼ਨਲ ਪੋਪੂਲੇਸ਼ਨ ਰਜਿਸਟਰ, ਉਹ ਸਿਰਫ ਇਸ ਕਰਕੇ ਕਿ ਅਸੀਂ ਜੇ ਕਿਸੇ ਸਬਸਿਡੀ ਦੇਣੀ ਹੈ ਤਾਂ ਕਿਸ ਕਿੱਤੇ 'ਚ ਦੇਣੀ ਹੈ, ਜਾਂ ਕਿਸੇ ਨੂੰ ਕੋਈ ਮਦਦ ਮਾਲੀ ਕਰਨੀ ਹੈ ਤਾਂ ਕਿਵੇਂ ਕਰਨੀ ਹੈ, ਕਿੱਥੇ ਕਰਨੀ ਹੈ। ਇਹ ਇਸ ਕਰਕੇ ਹੁੰਦਾ ਹੈ। ਇਹਦਾ ਕੋਈ ਲੈਣ ਦੇਣ ਨਹੀਂਗਾ, ਨਾ ਤਾਂ ਇਹਨੂੰ ਕਿਸੇ ਨੂੰ ਬਾਹਰ ਕੱਢਣਾ, ਨਾ ਲੈਣ ਨਾ ਦੇਣ। ਇਹ ਕੰਮ ਆਉਣਗੇ ਤੁਹਾਡੇ, ਠੀਕ ਹੈ, ਰਿਕਾਰਡਿੰਗਾਂ ਰੱਖਿਓ ਤੁਸੀਂ। ਇਹ ਰਿਕਾਰਡਿੰਗਾਂ ਤੁਹਾਡੇ ਕੰਮ ਆਉਣਗੇ। ਮੈਂ ਬਿਲਕੁਲ 2 ਮਹੀਨੇ ਬਾਅਦ 4 ਮਹੀਨੇ NCR ਦਾ ਤਾਂ ਨਾ ਜੇ ਡਿਬੇਟ ਹੋਈ ਹੈ, ਨਾ NCR ਦੀ ਅਜੇ ਤੱਕ ਕੋਈ ਰੂਪਰੇਖਾ, ਨਾ ਚਲੋ, ਕੋਈ ਇਹ ਪਤਾ ਲੱਗ ਜੂਗਾ, ਪਤਾ ਲੱਗ ਕੰਮ ਲੱਗੇ। ਜਿਹੜਾ ਉਹ ਅਸਾਮ ਦੀ ਗੱਲ ਕਰਦੇ, ਉਹ ਅਸਾਮ ਕੋਰਟ ਦਾ ਜਿਹੜਾ ਸੀਗਾ ਮਸਲਾ, ਉਹ ਅਲੱਗ ਹੈ, ਔਰ ਉਹ ਸੁਪਰੀਮ ਕੋਰਟ ਨੇ ਆਰਡਰ ਕੀਤਾ ਉਹਨੂੰ ਕਰਨ ਵਾਸਤੇ। ਉਹ BJP ਗਵਰਨਮੈਂਟ ਨੇ ਨਹੀਂ ਕੀਤਾ। ਵੈਸੇ ਇਹ ਮੈਂ ਕਲੀਅਰ ਕਰਦਾ ਤੁਹਾਡੇ। ਇਹ ਜਿਹੜੇ ਸਾਡੇ ਕਾਂਗਰਸ ਵਾਲੇ ਭਰਾ ਕਹਿੰਦੇ ਕਿ ਮੁਸਲਮਾਨਾਂ ਨੂੰ ਇਸ ਤਰ੍ਹਾਂ ਕਿਉਂ ਅੱਡ ਕਰ ਲਿਆ। ਪਿਛਲੇ 5.5 ਸਾਲਾਂ ਜਦੋਂ ਦੀ NDA ਦੀ ਸਰਕਾਰ ਬਣੀ ਹੈ ਸੈਂਟਰ ਦੇ ਵਿੱਚ 562 ਮੁਸਲਮਾਨ ਜਿਹੜੇ ਪਾਕਿਸਤਾਨ ਤੋਂ ਆਏ, ਉਹਨਾਂ ਨੇ ਆਪਦੀ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ ਔਰ ਉਹਨਾਂ ਨੂੰ ਦਿੱਤੀ ਹੈ, ਮਿਲੀ ਹੈ। 500 ਦੀ ਥਾਂ ਤੇ 5000 ਕਰ ਦੇਣਗੇ, ਉਹਨਾਂ ਨੂੰ ਹੀ ਮਿਲੂਗੀ। ਤੁਹਾਡਾ ਅਦਨਾਨ ਸਾਮੀ ਉਹਦੇ 'ਚ ਹੀ ਆਉਂਦਾ। ਬਹੁਤ ਐਸਿਆਂ ਨੂੰ ਕੀਤੀ, ਇਹ ਨਹੀਂ ਕਿ ਬਿਲਕੁਲ ਹੀ ਮੁਸਲਮਾਨਾਂ ਨੂੰ ਇੱਥੇ ਨਹੀਂ ਦਿੱਤੀ, 562 ਨੂੰ ਦਿੱਤੀ ਹੈ। ਤਾਂ ਹੈ, ਮੈਂ ਕਹਿੰਦਾ ਦੇ ਰਿਹਾ ਤਾਂ ਖੜਾ ਹੀ ਹੈ। ਮੋਦੀ ਸਰਕਾਰ ਨੇ ਦਿੱਤੀ। ਕਿਉਂ ਨਹੀਂ ਕੀਤਾ ਗਿਆ? ਸਵਾਲ ਇਹ ਵਾਰ-ਵਾਰ ਇਹੀ ਖੜਾ ਕਰਦੇ ਅੰਦਰ ਨੇ। ਖਾਤੇ ਘੁਸਪੈਠੀ ਆਣਗੇ, ਉਹਨਾਂ ਨੂੰ ਡਰ ਵੀ ਚਾਹੀਦਾ ਹੈ, ਉਹਨਾਂ ਵਾਸਤੇ ਆਪਾਂ ਨੂੰ ਕੋਈ ਸਿਸਟਮ ਹੋਣਾ ਚਾਹੀਦਾ ਹੈ ਸਾਡੇ ਦੇਸ਼ ਦੀ ਨੂੰ ਖਰਾਬ ਨਾ ਕਰ ਨਾਲੇ ਹਰ ਕੰਟਰੀ ਕਰਦੀ ਹੈ, ਸਾਡੇ ਬੋਝ ਨਾ ਸਾਡਾ ਅਧਿਕਾਰ ਹੈ, ਸਾਰੀਆਂ ਕੰਟਰੀਜ਼ ਕਰਦੀਆਂ ਨੇ। ਕੀ ਕੈਨੇਡਾ ਜਾ ਸਕਦਾ ਕੋਈ ਐਵੇਂ? ਪੂਰੀ ਵਿਚਾਰ ਚਰਚਾ ਸ਼ਾਮਲ ਰਹਿਣ ਦੇ ਲਈ ਬਹੁਤ-ਬਹੁਤ ਧੰਨਵਾਦ। ਅਸੀਂ ਉਮੀਦ ਇਹੀ ਕਰਦੇ ਹਾਂ ਕਿ ਜਿਹੜੇ ਖਦਸ਼ੇ ਨੇ ਉਹ ਖਦਸ਼ੇ ਜ਼ਰੂਰ ਦੂਰ ਹੋਣੇ ਚਾਹੀਦੇ ਨੇ। ਜੇਕਰ ਸੂਬਾ ਸਰਕਾਰਾਂ ਇਸ ਬਿੱਲ ਦੇ ਖਿਲਾਫ ਵਿਧਾਨ ਸਭਾਵਾਂ ਦੇ ਵਿੱਚ ਮਤੇ ਪਾਸ ਕਰਦੀਆਂ ਨੇ ਤਾਂ ਸੋਚਣ ਤੇ ਸਮਝਣ ਲਈ ਮਜਬੂਰ ਹੋ ਜਾਂਦੇ ਆ ਕਿ ਉਹ ਬਿੱਲ, ਉਹ ਕਾਨੂੰਨ ਜਿਹੜਾ ਲੋਕਾਂ ਤੇ ਲਾਗੂ ਹੋਣਾ, ਔਰ ਜੇ ਲੋਕ ਹੀ ਇਦਾਂ ਕਰਨ ਲੱਗ ਗਏ ਤਾਂ ਫਿਰ ਉਹ ਕਾਨੂੰਨ ਅਸੀਂ ਬਣਾ ਕਿਹਦੇ ਲਈ ਰਹੇ ਹਾਂ। ਇਹ ਸੋਚਣ ਤੇ ਸਮਝਣ ਵਾਲੀ ਗੱਲ ਜ਼ਰੂਰ ਹੈਗੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।